ਸੋ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ 'ਤੇ। ਸੋ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ 'ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਇਸ ਚੈਨਲ ਦੇ ਉੱਤੇ ਪੀਐਸਟੈਟ, ਸੀਟੈਟ, ਮਾਸਟਰ ਕੇਡਰ ਅਤੇ ਐਨਟੀਟੀ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੈਗੇ ਹੋਗੇ। ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਨਿਊ ਟੌਪਿਕ ਜਿਹੜਾ ਹੈ ਜੀਓਗ੍ਰਾਫੀ ਦਾ ਉਹ ਸ਼ੁਰੂ ਕਰਾਂਗੇ। ਇਸ ਤੋਂ ਪਹਿਲਾਂ ਦੋ ਪਾਰਟ ਜਿਹੜੇ ਹਨ ਕੰਪਲੀਟ ਕਰ ਚੁੱਕੇ ਹਾਂ। ਇੱਕ ਤਾਂ ਸਾਡਾ ਸੋਲਰ ਸਿਸਟਮ ਜਿਹੜਾ ਹੈ ਉਹ ਕੰਪਲੀਟ ਹੋ ਚੁੱਕਿਆ ਹੈ ਅਤੇ ਦੂਸਰਾ ਗਲੋਬ ਵਾਲਾ, ਉਹਦੇ ਸਾਰੇ ਜਿਹੜੇ ਐਮਸੀਕਿਊ ਨੇ ਆਪਾਂ ਮੋਸਟਲੀ ਉਹ ਡਿਸਕਸ ਕਰ ਰਹੇ ਨੇ। ਅਗਰ ਕੋਈ ਪੈਂਡਿੰਗ ਰਹਿ ਗਿਆ ਹੋਊਗਾ ਇੱਕ ਦੋ ਕੁਐਸਚਨ ਤਾਂ ਆਪਾਂ ਲਾਸਟ ਦੇ ਵਿੱਚ ਜਦੋਂ ਸਿਲੇਬਸ ਕੰਪਲੀਟ ਹੋ ਜਾਊਗਾ ਉਦੋਂ ਡਿਸਕਸ ਕਰ ਲਵਾਂਗੇ। ਓਕੇ ਜੀ। ਔਰ ਅੱਜ ਆਪਾਂ ਨੈਕਸਟ ਜਿਹੜਾ ਟੌਪਿਕ ਆ ਉਹ ਡਿਸਕਸ ਕਰਾਂਗੇ ਐਨਵਾਇਰਨਮੈਂਟ ਬਾਰੇ। ਠੀਕ ਹੈ। ਸੋ ਇਹਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਕੁਐਸਚਨ ਬਣਦੇ ਹੈਗੇ ਨੇਗੇ। ਸੋ ਐਨਵਾਇਰਨਮੈਂਟ ਇਟ ਇਜ਼ ਟੋਟਲੀ ਨੈਚੁਰਲ ਐਂਡ ਹਿਊਮਨ ਐਨਵਾਇਰਨਮੈਂਟ। ਠੀਕ ਹੈ। ਸੋ ਐਨਵਾਇਰਨਮੈਂਟ ਦੇ ਬਾਰੇ ਆਪਾਂ ਗੱਲ ਕਰਾਂਗੇ। ਦੋ ਤਰ੍ਹਾਂ ਦੇ ਹੁੰਦੇ ਆ, ਕਿਹੜੇ ਹੁੰਦੇ ਨੇ ਉਹਦੇ ਨਾਲ ਰਿਲੇਟਡ ਜਿਹੜੇ 50 MCQs ਦੇ ਵਿੱਚ ਰਹਿਣਗੇ। ਸੋ 2 ਨੰਬਰ ਪਾਰਟ ਹੈ। ਇਸ ਤੋਂ ਪਹਿਲਾਂ 9 ਪਾਰਟ ਕੰਪਲੀਟ ਹੋ ਚੁੱਕੇ ਨੇ, ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੈਗੇ। ਸੋ WhatsApp ਗਰੁੱਪ ਦੇ ਵਿੱਚ ਐਡ ਹੋਣ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਗਰੁੱਪ ਪੇਡ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ। ਸੋ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ। ਸੋ ਫਸਟ ਕੁਐਸਚਨ ਹੈ ਜੀ 486 ਨੰਬਰ। ਇਸ ਤੋਂ ਪਹਿਲਾਂ 485 ਕੁਐਸਚਨ ਕੰਪਲੀਟ ਹੋ ਚੁੱਕੇ ਨੇ, ਉਹ ਤੁਸੀਂ 9 ਪਾਰਟਸ ਦੇ ਵਿੱਚ ਜਾ ਕੇ ਜਿਹੜਾ ਦੇਖ ਸਕਦੇ ਹੋ ਟੋਟਲ। ਓਕੇ ਜੀ। ਤਾਂ ਅੱਜ ਦਾ ਪਹਿਲਾ ਕੁਐਸਚਨ ਹੈ ਜੀ ਧਰਤੀ ਦੇ ਕਿੰਨੇ ਮੰਡਲ ਨੇ ਜੀ। ਸੋ ਧਰਤੀ ਦੇ ਜਿਹੜੇ ਕਹਿ ਸਕਦੇ ਹਾਂ ਲੇਅਰਸ ਕਿੰਨੀਆਂ ਨੇ ਟੋਟਲ। ਠੀਕ ਆ। ਉਸ ਤਰੀਕੇ ਦੇ ਨਾਲ ਮਤਲਬ ਕਿ ਪੂਰੇ ਦੇ ਪੂਰੇ ਮੰਡਲ ਜਿਹੜੇ ਹੈ ਉਹ ਕਿੰਨੇ ਬਣ ਜਾਂਦੇ ਹੈਗੇ ਨੇ। ਤਾਂ ਧਰਤੀ ਦੀਆਂ ਜਿਹੜੀਆਂ 3 ਮੰਡਲ ਹੈਗੇ ਨੇ, ਜਿਹਦੇ ਵਿੱਚ ਅਸੀਂ 3 ਤਰ੍ਹਾਂ ਦੇ ਮੰਡਲਾਂ ਦੀ ਗੱਲ ਕਰਾਂਗੇ: ਜਲ ਮੰਡਲ, ਥਲ ਮੰਡਲ, ਵਾਯੂਮੰਡਲ। ਓਕੇ। ਸੋ ਪਹਿਲਾ ਜਿਹੜਾ ਹੈ ਇਹਨੂੰ ਹਾਈਡਰੋਸਫੀਅਰ ਕਿਹਾ ਜਾਂਦਾ ਹੈਗਾ। ਓਕੇ। ਤੇ ਦੂਸਰਾ ਜਿਹੜਾ ਹੈ ਇਸ ਨੂੰ ਲਿਥੋਸਫੀਅਰ ਕਿਹਾ ਜਾਂਦਾ ਹੈਗਾ ਅਤੇ ਤੀਸਰਾ ਜਿਹੜਾ ਹੈ ਇਸ ਨੂੰ ਐਟਮੋਸਫੀਅਰ ਕਿਹਾ ਜਾਂਦਾ ਹੈ। ਤਾਂ 3 ਜਿਹੜੇ ਮੰਡਲ ਨੇ ਜਿਨ੍ਹਾਂ ਦੇ ਵਿੱਚ ਧਰਤੀ ਨੂੰ ਵੰਡਿਆ ਗਿਆ ਹੈ। ਤਾਂ ਇਸ ਨੂੰ ਵੀ ਧਿਆਨ ਦੇ ਨਾਲ ਸੁਣ ਲੈਣਾ। ਜਲ ਮੰਡਲ ਜਿਹੜਾ ਹੈ ਉਹ ਪਾਣੀ ਦੇ ਨਾਲ ਸੰਬੰਧਿਤ ਹੈ, ਜਾਣੀ ਕਿ ਸਾਰੇ ਦੇ ਸਾਰੇ ਜਿਹੜੇ ਓਸ਼ਨ ਨੇ ਮੀਨਜ਼ ਮਹਾਸਾਗਰ ਨੇ ਉਹਨਾਂ ਦੀ ਸਟੱਡੀ ਹੁੰਦੀ ਹੈ। ਥਲ ਮੰਡਲ ਦੇ ਵਿੱਚ ਜਿੰਨੀ ਲੈਂਡ ਹੈ ਧਰਤੀ ਹੈਗੀ ਹੈ, ਠੀਕ ਹੈ, ਸੋ ਉਸ ਬਾਰੇ ਜਿਹੜਾ ਹੈ ਡਿਸਕਸ ਕੀਤਾ ਜਾਂਦਾ ਹੈ। ਤੇ ਵਾਯੂਮੰਡਲ ਜਿਹੜਾ ਧਰਤੀ ਤੋਂ ਬਾਹਰ ਧਰਤੀ ਦੇ ਚਾਰੋਂ ਤਰਫ ਇੱਕ ਗਲਾਫ ਬਣਿਆ ਹੋਇਆ ਗੈਸਾਂ ਦਾ, ਉਸ ਨੂੰ ਵਾਯੂਮੰਡਲ ਕਿਹਾ ਜਾਂਦਾ ਹੈ। ਓਕੇ ਜੀ। ਜਲ ਮੰਡਲ ਦੀ ਗੱਲ ਕਰੀਏ ਤਾਂ ਇਹਦੇ ਵਿੱਚ 70% ਜਿਹੜਾ ਹੈ ਉਹ ਜਲ ਮੰਡਲ ਦੇ ਅਧੀਨ ਹੈ। ਥਲ ਮੰਡਲ ਦੇ ਅਧੀਨ ਜਿਹੜਾ ਹੈ 29% ਖੇਤਰ ਆ ਜਾਂਦਾ ਹੈ। ਓਕੇ ਜੀ। ਨੈਕਸਟ ਹੈ ਜੀ ਚਟਾਨਾਂ ਦੀ ਸਖਤ ਪਰਤ ਨੂੰ ਕੀ ਕਹਿੰਦੇ ਹੈਗੇ ਨੇ। ਸੋ ਚਟਾਨਾਂ ਨੇ ਰੌਕਸ ਦੀ ਗੱਲ ਕੀਤੀ ਗਈ ਹੈ। ਇਹਨਾਂ ਦੇ ਵਿੱਚੋਂ ਕਿਹੜਾ ਹੈ ਇਸ ਦੇ ਨਾਲ ਸੰਬੰਧਿਤ ਹੈ ਤਾਂ ਥਲ ਮੰਡਲ ਹੈ, ਕਿਉਂਕਿ ਥਲ ਮੰਡਲ ਹੀ ਜਿਹੜਾ ਹੈ ਚਟਾਨਾਂ ਦਾ ਬਣਿਆ ਹੋਇਆ। ਅਗਰ ਜਲ ਮੰਡਲ ਕਰਾਂਗੇ ਤਾਂ ਉਹਦੇ ਵਿੱਚ ਤਾਂ ਪਾਣੀ ਹੈ, ਤਾਂ ਉਹ ਤਾਂ ਸਖਤ ਹੈ ਨਹੀਂ। ਸੋ ਇਸ ਕਰਕੇ ਜਿਹੜਾ ਹੈ ਥਲ ਮੰਡਲ ਹੀ ਹੈ ਜਿਹਦੇ ਵਿੱਚ ਸਖਤ ਚਟਾਨਾਂ ਪਾਈਆਂ ਜਾਂਦੀਆਂ ਨੇ ਅਤੇ ਥਲ ਮੰਡਲ ਦੇ ਉੱਪਰ ਹੀ ਮਹਾਦੀਪ ਸਥਿਤ ਨੇਗੇ, ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕੰਟੀਨੈਂਟ ਕਹਿ ਦਿੰਦੇ ਹੈਗੇ। ਓਕੇ। ਇਹੀ ਸਾਰੇ ਦੇ ਸਾਰੇ ਜਿਹੜੇ ਆ ਉਹ ਥਲ ਮੰਡਲ ਬਣਦੇ ਹੈਗੇ ਨੇ। ਵੱਡੇ ਜਲ ਸਮੂਹਾਂ ਜਿਵੇਂ ਕਿ ਮਹਾਸਾਗਰ ਹੋ ਗਿਆ, ਸਮੁੰਦਰ ਹੋ ਗਿਆ, ਇਹਨਾਂ ਨੂੰ ਕੀ ਕਿਹਾ ਜਾਂਦਾ ਹੈ। ਪਹਿਲਾਂ ਚਟਾਨਾਂ ਦੀ ਗੱਲ ਕੀਤੀ ਹੈ, ਹੁਣ ਗੱਲ ਆ ਗਈ ਹੈ ਮਹਾਸਾਗਰ ਤੇ ਸਮੁੰਦਰਾਂ ਦੀ। ਤਾਂ ਇਹਦੇ ਵਿੱਚ ਫਿਰ ਜਿਹੜੀ ਇਹ ਲੇਅਰ ਹੋਊਗੀ ਇਹਨੂੰ ਕਿਹਾ ਜਾਂਦਾ ਹੈ ਜੀ ਜਲ ਮੰਡਲ, ਕਿਉਂਕਿ ਮਹਾਸਾਗਰ ਤੇ ਸਮੁੰਦਰ ਦੇ ਵਿੱਚ ਜਿਹੜਾ ਹੈ ਪਾਣੀ ਹੀ ਹੁੰਦਾ ਹੈ, ਜਲ ਹੀ ਹੁੰਦਾ ਹੈ। ਇਹ 70% ਹੈ ਜੀ, 71% ਹੈ ਅਤੇ ਥਲ ਜਿਹੜਾ ਹੈ ਉਹ 29% ਜਿਹੜਾ ਖੇਤਰ ਦੇ ਵਿੱਚ ਫੈਲਿਆ ਹੋਇਆ ਹੈ। ਨੈਕਸਟ ਹੈ ਹਵਾ ਦੇ ਪਰਿਮੰਡਲ, ਜਿਸ ਨੇ ਧਰਤੀ ਨੂੰ ਚਾਰਾਂ ਪਾਸਿਆਂ ਤੋਂ ਘੇਰਿਆ ਹੋਇਆ ਹੈ, ਉਸ ਨੂੰ ਕੀ ਕਹਿੰਦੇ ਹੈਗੇ ਨੇਗੇ। ਓਕੇ ਜੀ। ਸੋ ਇਹਦੀ ਤੀਸਰੀ ਡੈਫੀਨੇਸ਼ਨ ਵੀ ਆ ਗਈ ਹੈਗੀ ਆ। ਤਾਂ ਤੀਸਰੀ ਡੈਫੀਨੇਸ਼ਨ ਦੇ ਵਿੱਚ ਵਾਯੂਮੰਡਲ ਯਾਨੀ ਕਿ ਐਟਮੋਸਫੀਅਰ ਆ ਜਾਂਦਾ ਹੈਗਾ, ਜਿਹਦੀਆਂ 5 ਪਰਤਾਂ ਨੇ ਜੋ ਆਪਾਂ ਅੱਗੇ ਜੀ ਡਿਸਕਸ ਕਰਦੇ ਜਾਵਾਂਗੇ। ਓਕੇ ਜੀ। ਵਾਯੂਮੰਡਲ, ਐਟਮੋਸਫੀਅਰ ਜਿਹੜਾ ਕਿ ਧਰਤੀ ਦੇ ਚਾਰੋਂ ਤਰਫ ਜਿਹੜਾ ਹੈ ਗੈਸਾਂ ਦਾ ਇੱਕ ਗਲਾਫ ਬਣਿਆ ਹੋਇਆ ਹੈ, ਉਸ ਨੂੰ ਅਸੀਂ ਵਾਯੂਮੰਡਲ ਕਹਿੰਦੇ ਹਾਂ। ਸੰਸਾਰ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ ਜੀ। ਸੋ ਇਹ ਥਲ ਮੰਡਲ ਦੇ ਉੱਪਰ ਪਊਗੀ, ਇਹ ਵੀ ਧਿਆਨ ਰੱਖਣਾ। ਠੀਕ ਹੈ ਜੀ। ਤਾਂ ਇਹ ਮਾਊਂਟ ਐਵਰੈਸਟ ਹੈ ਜਿਹੜੀ ਕਿ 8848 ਮੀਟਰ ਉੱਚੀ ਹੈਗੀ ਆ। ਇਹ ਵੀ ਯਾਦ ਰੱਖਣਾ ਜੀ ਇਹ ਨੇਪਾਲ ਰਾਜ ਦੇ ਵਿੱਚ ਪੈਂਦੀ ਹੈ, ਭਾਰਤ ਦੇ ਨਾਰਥ ਦੇ ਵਿੱਚ ਸਥਿਤ ਹੈ। ਅਗਰ ਪੁੱਛ ਲਿਆ ਜਾਂਦਾ ਹੈ ਕਿਹੜੀ ਪਰਬਤ ਲੜੀ ਦੇ ਵਿੱਚ ਪੈਂਦੀ ਹੈ ਤਾਂ ਹਿਮਾਲਿਆ ਪਰਬਤ ਲੜੀ ਦੇ ਵਿੱਚ ਪੈਂਦੀ ਹੈ। ਏਸ਼ੀਆ ਅਤੇ ਸੰਸਾਰ ਦੀ ਸਭ ਤੋਂ ਉੱਚੀ ਚੋਟੀ ਹੈ ਜੀ ਇਹ। ਨੈਕਸਟ ਹੈ ਜੀ
ਸੰਸਾਰ ਦੀ ਸਭ ਤੋਂ ਡੂੰਘੀ ਖਾਈ ਕਿਹੜੀ ਹੈ? ਇਹ ਇਹ ਜਲ ਮੰਡਲ ਦੇ ਵਿੱਚ ਆਊਗੀ ਕਿਉਂਕਿ ਪਾਣੀ ਦੇ ਨਾਲ ਸੰਬੰਧਿਤ ਹੈ। ਤਾਂ ਮੈਰੀਨਾ ਖਾਈ ਜਿਹੜੀ ਹੈ ਉਹ ਸੰਸਾਰ ਦੀ ਸਭ ਤੋਂ ਡੂੰਘੀ ਖਾਈ ਹੈ, ਜਿਹਦੀ ਹਾਈਟ ਹੈ ਜੀ 10,911 ਮੀਟਰ। ਠੀਕ ਹੈ, ਸਮੁੰਦਰ ਦੇ ਵਿੱਚ ਇੱਕ ਡੂੰਘੀ ਖਾਈ ਹੈਗੀ ਜਿਸ ਦੀ ਕਿ ਹਾਈਟ ਜਿਹੜੀ ਬਣ ਜਾਂਦੀ ਹੈ 10,911 ਮੀਟਰ, ਇੰਨੀ ਡੂੰਘੀ ਹੈ ਜੀ। ਠੀਕ ਹੈ, ਇਹ ਸਭ ਤੋਂ ਸੰਸਾਰ ਦੀ ਡੂੰਘੀ ਖਾਈ ਹੈ। ਕਈ ਵਾਰ ਇਹ ਵੀ ਪੁੱਛ ਲੈਂਦੇ ਆ ਕਿ ਇਹ ਕਿਹੜੇ ਮਹਾਸਾਗਰ ਦੇ ਵਿੱਚ ਸਥਿਤ ਹੈ, ਤੇ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਸਥਿਤ ਹੈ, ਜਿਹਨੂੰ ਅਸੀਂ ਪੈਸੀਫਿਕ ਓਸ਼ਨ ਕਹਿ ਦਿੰਦੇ ਹਾਂ, ਇਸ ਮਹਾਸਾਗਰ ਦੇ ਵਿੱਚ ਸਥਿਤ ਹੈ। ਧਰਤੀ ਦੀ ਸਤ੍ਹਾ ਉੱਤੇ ਪਾਏ ਜਾਣ ਵਾਲੇ ਭੂ ਰੂਪਾਂ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ? ਧਰਤੀ ਦੇ ਉੱਪਰ ਜਿਹੜੇ ਫਿਜ਼ੀਕਲ ਫੀਚਰਸ ਪਾਏ ਜਾਂਦੇ ਨੇ ਉਹਨਾਂ ਨੂੰ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ? 3 ਭਾਗ ਨੇ ਧਰਤੀ ਦੇ ਉੱਪਰ ਦੇਖਣ ਨੂੰ ਮਿਲਦੇ। ਇੱਕ ਤਾਂ ਪਠਾਰ ਨੇ ਜਿਹਨਾਂ ਨੂੰ ਪਲੇਟੂ ਕਹਿ ਦਿੰਦੇ ਆ, ਦੂਸਰੇ ਪਹਾੜ ਨੇ ਜਿਹੜੇ ਮਾਊਂਟੇਨ ਦੇ ਰੂਪ ਦੇ ਵਿੱਚ ਹੁੰਦੇ ਆ, ਤੇ ਤੀਸਰੇ ਜਿਹੜੇ ਆ ਉਹ ਪਲੇਨ ਏਰੀਆ ਯਾਨੀ ਕਿ ਮੈਦਾਨ। ਠੀਕ ਹੈ, ਮੈਦਾਨੀ ਇਲਾਕਾ। ਤਾਂ ਇਹਨਾਂ 3 ਖੇਤਰਾਂ ਦੇ ਵਿੱਚ ਜਿਹੜਾ ਹੈ ਧਰਤੀ ਦੀ ਜਿਹੜੀ ਸਤ੍ਹਾ ਹੈ, ਜਿਹੜੇ ਫਿਜ਼ੀਕਲ ਫੀਚਰਸ ਨੇ ਉਹਨਾਂ ਸਾਰਿਆਂ ਨੂੰ ਜਿਹੜਾ ਹੈ ਵੰਡਿਆ ਹੈਗਾ ਗਾ। ਠੀਕ ਹੈ, ਪ੍ਰਮੁੱਖ ਤੌਰ 'ਤੇ ਇਹ 3 ਨੇ, ਪਠਾਰ, ਪਹਾੜ ਤੇ ਮੈਦਾਨ। ਨੈਕਸਟ ਹੈ ਜੀ ਵੱਡੀਆਂ ਵੱਡੀਆਂ ਚਟਾਨਾਂ ਜਾਂ ਟੁਕੜੇ ਜੋ ਮਹਾਸਾਗਰਾਂ ਜਾਂ ਸਾਗਰਾਂ ਦੇ ਦੁਆਰਾ ਅਲੱਗ ਹੁੰਦੇ ਨੇ ਉਹਨਾਂ ਨੂੰ ਕੀ ਕਹਿੰਦੇ ਨੇ? ਦੇਖਿਓ ਵੀ ਧਿਆਨ ਦਿਓ, ਵੱਡੀਆਂ ਵੱਡੀਆਂ ਚਟਾਨਾਂ ਦੀ ਗੱਲ ਕੀਤੀ ਹੈ, ਤਾਂ ਵੱਡੀਆਂ ਵੱਡੀਆਂ ਚਟਾਨਾਂ ਕੀ ਹੋ ਸਕਦੀਆਂ ਹੈਗੀਆਂ ਨੇ, ਔਰ ਉਹਨਾਂ ਨੂੰ ਵੱਖ ਵੀ ਇੱਕ ਪਾਣੀ ਕਰ ਰਿਹਾ ਹੈ, ਪਾਣੀ ਮਤਲਬ ਮਹਾਸਾਗਰ ਜਾਂ ਸਾਗਰ ਕਰ ਰਿਹਾ ਹੈ। ਤਾਂ ਇਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ? ਮਹਾਦੀਪ ਕਹਿੰਦੇ ਹੈਗੇ ਆਂਗੇ। ਠੀਕ ਹੈ, ਔਰ ਮਹਾਦੀਪ ਕਿੰਨੇ ਨੇ ਜੀ? 7 ਨੇਗੇ। ਇਹ 7 ਦੇ 7 ਜਿਹੜੇ ਹੈ ਪਾਣੀ ਦੇ ਨਾਲ ਵੱਖ ਵੱਖ ਜਿਹੜੇ ਬਣੇ ਹੋਏ ਹੈਗੇ ਨੇਗੇ, ਯਾਨੀ ਕਿ ਇੱਕ ਦੂਸਰੇ ਤੋਂ ਵੱਖ ਹੁੰਦੇ ਨੇ ਜਿਹੜੇ ਇਹ, ਖਾਸ ਤੌਰ 'ਤੇ ਪਾਣੀ ਦੇ ਨਾਲ ਹੁੰਦੇ ਨੇ, ਮਹਾਸਾਗਰਾਂ ਦਾ ਕਰਕੇ ਤੇ ਜਾਂ ਫਿਰ ਸਾਗਰਾਂ ਦਾ ਕਰਕੇ। ਇੱਕ ਛੋਟਾ ਚਟਾਨ ਦਾ ਟੁਕੜਾ ਜੋ ਪਾਣੀ ਨਾਲ ਚਾਰੋਂ ਤਰਫ ਤੋਂ ਘਿਰਿਆ ਹੋਇਆ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ? ਦੇਖਿਓ ਵੀ ਧਿਆਨ ਨਾਲ ਸੁਣ ਲਿਓ, 93 ਨੰਬਰ ਦੇ ਉੱਪਰ ਹੈ ਕਿ ਵੱਡੀਆਂ ਵੱਡੀਆਂ ਜਿਹੜੀਆਂ ਚਟਾਨਾਂ ਨੇ ਪਾਣੀ ਦੇ ਰਾਹੀਂ ਅਲੱਗ ਹੁੰਦੀਆਂ ਨੇ। ਇੱਥੇ ਕੁਐਸਚਨ ਕੀਤਾ ਗਿਆ ਇੱਕ ਛੋਟੀ ਜਿਹੀ ਚਟਾਨ ਹੈ ਤੇ ਉਹ ਪਾਣੀ ਦੇ ਨਾਲ ਚਾਰੋਂ ਤਰਫ ਘਿਰੀ ਹੋਈ ਹੈ। ਠੀਕ ਹੈ, ਇਸ ਤਰ੍ਹਾਂ ਛੋਟੀ ਜਿਹੀ ਚਟਾਨ ਹੈ ਤੇ ਚਾਰੋਂ ਤਰਫ ਉਹਦੇ ਪਾਣੀ ਹੀ ਪਾਣੀ ਹੈ, ਉਸ ਨੂੰ ਅਸੀਂ ਕੀ ਕਹਿੰਦੇ ਹਾਂ? ਦੀਪ, ਆਈਲੈਂਡ ਕਹਿ ਦਿੰਦੇ ਹੈਗੇ ਆਂਗੇ। ਠੀਕ ਹੈ, ਇਹਦੇ ਵਿੱਚ ਆਸਟ੍ਰੇਲੀਆ ਦਾ ਨਾਮ ਵੀ ਆਊਗਾ ਕਿਉਂਕਿ ਉਹ ਵੀ ਇੱਕ ਆਈਲੈਂਡ ਹੈ। ਸਾਡੇ ਭਾਰਤ ਦੇ ਵਿੱਚ ਅੰਡੇਮਾਨ, ਨਿਕੋਬਾਰ, ਲਕਸ਼ਦੀਪ, ਪਾਂਡੂਚੇਰੀ ਇਹ ਸਾਰੇ ਜਿਹੜੇ ਆ ਕੀ ਕਹਿ ਸਕਦੇ ਆਪਣੇ ਸਾਡੇ ਕੋਲੇ ਦੀਪ ਨੇਗੇ। ਠੀਕ ਹੈ, ਆਈਲੈਂਡ ਹੈਗੇ ਨੇਗੇ। ਨੈਕਸਟ ਹੈ ਜੀ ਕੁੱਲ ਕਿੰਨੇ ਮਹਾਦੀਪ ਨੇ ਜੀ? ਤਾਂ ਕੁੱਲ ਮਹਾਦੀਪ ਨੇ ਜੀ 7 ਮਹਾਦੀਪ ਨੇ ਜੀ ਪੂਰੇ ਸੰਸਾਰ ਦੇ ਵਿੱਚ, ਜਿਹਦੇ ਵਿੱਚ ਏਸ਼ੀਆ ਸਭ ਤੋਂ ਵੱਡਾ ਹੈ, ਫਿਰ ਇਸ ਤੋਂ ਬਾਅਦ ਨਾਰਥ ਅਮਰੀਕਾ ਆ ਜਾਂਦਾ ਹੈ, ਸਾਊਥ ਅਮਰੀਕਾ ਆ ਜਾਂਦਾ ਹੈ, ਯਾਨੀ ਕਿ ਦੱਖਣੀ ਅਮਰੀਕਾ ਆ ਜਾਂਦਾ ਹੈ, ਅਫਰੀਕਾ ਆ ਜਾਂਦਾ ਹੈ, ਯੂਰਪ ਆ ਜਾਂਦਾ ਹੈ, ਆਸਟ੍ਰੇਲੀਆ ਆ ਜਾਂਦਾ ਹੈ। ਤਾਂ ਇਹ ਟੋਟਲ 7 ਕੰਟੀਨੈਂਟ ਨੇਗੇ ਜਿਹੜੇ ਕਿ ਪੂਰੇ ਸੰਸਾਰ ਦੇ ਵਿੱਚ ਫੈਲੇ ਹੋਏ ਨੇ, ਪੂਰੀ ਦਾ ਪੂਰਾ ਖੇਤਰ ਜਿਹੜਾ ਕਵਰ ਕੀਤਾ ਹੋਇਆ। ਤੇ ਮਹਾਦੀਪ ਨੇ ਜਿਹੜੇ ਉਹ ਪਤਾ ਕਿੰਨੇ ਖੇਤਰ ਦੇ ਵਿੱਚ ਨੇ? 29% ਦੇ ਵਿੱਚ। ਇਹ ਮੈਂ 2-3 ਵਾਰ ਰਿਪੀਟ ਕਰ ਦਿੱਤਾ ਹੈ, ਇਸ ਕਰਕੇ ਇਸ ਨੂੰ ਧਿਆਨ 'ਚ ਰੱਖਣਾ ਤੇ ਇੰਪੋਰਟੈਂਟ ਹੈ ਪੁਆਇੰਟ। ਨੈਕਸਟ ਹੈ ਜੀ ਸਭ ਤੋਂ ਵੱਡਾ ਮਹਾਦੀਪ ਕਿਹੜਾ ਹੈ ਜੀ? ਤਾਂ ਸੰਸਾਰ ਦਾ ਸਭ ਤੋਂ ਵੱਡਾ ਮਹਾਦੀਪ ਹੈ ਜੀ ਏਸ਼ੀਆ, ਜਿਹੜਾ ਕਿ 30% ਖੇਤਰ ਦੇ ਵਿੱਚ ਫੈਲਿਆ ਹੋਇਆ ਹੈ। ਠੀਕ ਹੈ, ਅਤੇ ਏਸ਼ੀਆ ਦੇ ਵਿੱਚ ਹੀ ਸਾਡਾ ਭਾਰਤ ਪੈਂਦਾ ਹੈ। ਏਸ਼ੀਆ ਦੇ ਵਿੱਚ ਹੀ ਸਭ ਤੋਂ ਵੱਧ ਪਾਪੂਲੇਸ਼ਨ ਰਹਿੰਦੀ ਹੈਗੀ ਹੈ, ਇਹ ਵੀ ਯਾਦ ਰੱਖ ਲੈਣਾ। ਏਰੀਆ ਵੀ ਸਭ ਤੋਂ ਵੱਧ ਹੈ ਤੇ ਪਾਪੂਲੇਸ਼ਨ ਵੀ ਇਹਦੇ ਵਿੱਚ ਸਭ ਤੋਂ ਵੱਧ ਰਹਿੰਦੀ ਹੈਗੀ ਹੈ, ਇਹ ਵੀ ਯਾਦ ਰੱਖ ਲੈਣਾ। ਠੀਕ ਹੈ ਜੀ, ਖਾਸ ਤੌਰ 'ਤੇ ਭਾਰਤ ਤੇ ਚੀਨ ਪ੍ਰਮੁੱਖ ਨੇ ਇਹਦੇ ਵਿੱਚ। ਅਤੇ ਇੱਕ ਹੋਰ ਚੀਜ਼ ਨੋਟ ਕਰ ਲਿਓ ਕਿ ਕਈ ਵਾਰ ਦੂਸਰੇ ਸਥਾਨ 'ਤੇ ਪੁੱਛ ਲੈਂਦੇ ਆ ਕਿ ਦੂਸਰਾ ਵੱਡਾ ਕੰਟੀਨੈਂਟ ਕਿਹੜਾ ਹੈ? ਤਾਂ ਦੂਸਰਾ ਜਿਹੜਾ ਹੈ ਉਹ ਅਫਰੀਕਾ ਹੈ। ਓਕੇ, ਅਫਰੀਕਾ ਦੂਸਰੇ ਸਥਾਨ ਦੇ ਉੱਪਰ ਆਉਂਦਾ ਹੈ। ਕਿੰਨੇ % ਖੇਤਰ ਦੇ ਵਿੱਚ ਹੈ ਜੀ? ਇਹ 20% ਖੇਤਰ ਦੇ ਵਿੱਚ ਹੈ। ਨੈਕਸਟ ਹੈ ਸਭ ਤੋਂ ਛੋਟਾ ਮਹਾਦੀਪ ਕਿਹੜਾ ਹੈ ਜੀ? ਸਭ ਤੋਂ ਛੋਟਾ ਮਹਾਦੀਪ ਹੈ ਜੀ ਆਸਟ੍ਰੇਲੀਆ, ਜਿਹੜਾ ਕਿ 5% ਖੇਤਰ ਦੇ ਵਿੱਚ ਹੀ ਫੈਲਿਆ ਹੋਇਆ ਹੈ। ਓਕੇ, ਆਸਟ੍ਰੇਲੀਆ ਇੱਕ ਆਈਲੈਂਡ ਦੇ ਰੂਪ ਦੇ ਵਿੱਚ ਵੀ ਜਾਣਿਆ ਜਾਂਦਾ ਹੈ ਕਿਉਂਕਿ ਇਹ ਛੋਟਾ ਜਿਹਾ ਜਿਹੜਾ ਕਹਿ ਸਕਦੇ ਹਾਂ ਦੇਸ਼ ਹੈ ਤੇ ਚਾਰੋਂ ਤਰਫ ਪਾਣੀ ਦੇ ਨਾਲ ਹੀ ਘਿਰਿਆ ਹੋਇਆ ਹੈ। ਠੀਕ ਹੈ, ਤੇ ਟੋਟਲ ਲੈਂਡ 5% ਹੈ ਪੂਰੇ ਸੰਸਾਰ ਦੀ। ਯੂਰਪ ਜਿਹੜਾ ਹੈ ਇਹ 7% ਖੇਤਰ ਦੇ ਵਿੱਚ ਫੈਲਿਆ ਹੋਇਆ ਹੈ। ਯੂਰਪ 7% ਖੇਤਰ ਦੇ ਵਿੱਚ ਫੈਲਿਆ ਹੋਇਆ ਏਰੀਆ ਹੈ। ਨੈਕਸਟ ਹੈ ਜੀ ਏਸ਼ੀਆ ਅਤੇ ਯੂਰਪ ਨੂੰ ਇਕੱਠੇ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਜੇਕਰ ਅਸੀਂ ਏਸ਼ੀਆ ਤੇ ਯੂਰਪ ਨੂੰ ਦੋਨਾਂ ਨੂੰ ਇਕੱਠੇ ਕਰ ਦਈਏ ਤਾਂ ਇਹਨਾਂ ਦਾ ਜਿਹੜਾ ਨਾਮ ਹੈ ਉਹ ਕੀ ਬਣ ਜਾਂਦਾ ਹੈ? ਕਿਉਂਕਿ ਇਹ ਦੋਨੋਂ ਖੇਤਰ ਜਿਹੜੇ ਇਹ ਜੁੜੇ ਹੋਏ ਨੇ ਇਸ ਤਰੀਕੇ ਦੇ ਨਾਲ। ਠੀਕ ਹੈ, ਜਿਵੇਂ ਇਹ ਸਾਡਾ ਭਾਰਤ ਇੱਥੋਂ ਤੱਕ ਆ ਜਾਂਦਾ ਹੈ, ਇਹ ਯੂਰਪ, ਇਹਦੇ ਵਿੱਚ ਅੱਧਾ ਹਿੱਸਾ ਜਿਹੜਾ ਹੈ ਉਹ ਯੂਰਪ ਦੇ ਹਿੱਸੇ ਚਲਾ ਜਾਂਦਾ ਹੈ ਤੇ ਆਹ ਸਾਰਾ ਸਾਡਾ ਖੇਤਰ ਜਿਹੜਾ ਹੈ ਇਹ ਏਸ਼ੀਆ ਬਣ ਜਾਂਦਾ ਹੈ, ਇੱਧਰਲਾ ਯੂਰਪ ਬਣ ਜਾਂਦਾ ਹੈ। ਓਕੇ, ਤਾਂ ਇਹ ਦੋਨੋਂ ਚੀਜ਼ਾਂ ਜਿਹੜੀਆਂ ਇੱਕ ਦੂਸਰੇ ਦੇ ਨਾਲ ਜੁੜੀਆਂ ਹੋਈਆਂ ਨੇ ਅਤੇ ਜਿਹੜੀ ਆਹ ਲਾਈਨ ਇਸ ਨੂੰ ਕਹਿ ਸਕਦੇ ਹਾਂ ਜੋੜਦੀ ਹੈਗੀ ਆ ਇੱਕ ਦੂਜੇ ਨਾਲ। ਠੀਕ ਹੈ, ਜਦੋਂ ਇਹਨਾਂ ਦੋਨਾਂ ਨੂੰ ਅਸੀਂ ਇਕੱਠੇ ਕਰ ਦਿੰਦੇ ਹਾਂ ਕਿ ਇਹ ਵਾਲਾ ਸਾਰੀ ਪਲੇਟ ਜਿਹੜੀ ਹੈ ਕੀ ਨਾਮ ਕਹਾਊਗੀ, ਤਾਂ ਇਸ ਨੂੰ ਕਿਹਾ ਜਾਂਦਾ ਹੈ ਜੀ ਯੂਰੇਸ਼ੀਆ। ਠੀਕ ਹੈ, ਏਸ਼ੀਆ ਪਲੱਸ ਯੂਰਪ ਦੋਨਾਂ ਨੂੰ ਮਿਲਾ ਕੇ ਜਿਹੜਾ ਹੈ ਯੂਰੇਸ਼ੀਆ ਇਸ ਦਾ ਨਾਮ ਪੈ ਜਾਂਦਾ ਹੈ। ਨੈਕਸਟ ਹੈ ਜੀ
ਉਹ ਕਿਹੜਾ ਮਹਾਂਦੀਪ ਹੈ ਜਿਸ ਦੇ ਵਿੱਚੋਂ ਭੂ-ਮੱਧ ਰੇਖਾ ਨਿਕਲਦੀ ਹੈ? ਇਹ ਤਾਂ ਸਭ ਨੂੰ ਪਤਾ ਹੈ, ਇਹ ਹੈ ਅਫਰੀਕਾ, ਕਿਉਂਕਿ ਇਕੱਲਾ ਅਫਰੀਕਾ ਹੀ ਹੈ ਜਿੱਥੋਂ ਦੀ ਸਾਰੀਆਂ ਜਿਹੜੀਆਂ ਕਹਿ ਸਕਦੇ ਹੈਗੇ ਗੇ ਰੇਖਾਵਾਂ ਨਿਕਲਦੀਆਂ ਨੇ, ਜਿਹਦੇ ਵਿੱਚ ਕਰਕ ਰੇਖਾ, ਮਕਰ ਰੇਖਾ, ਭੂ-ਮੱਧ ਰੇਖਾ, ਇਹ ਤਿੰਨੋਂ ਦੀਆਂ ਤਿੰਨੋਂ ਰੇਖਾਵਾਂ ਅਫਰੀਕਾ ਦੇ ਵਿੱਚੋਂ ਦੀ ਹੀ ਨਿਕਲਦੀਆਂ ਨੇ। ਨੈਕਸਟ ਹੈ ਜੀ, ਕਿਸ ਮਹਾਂਦੀਪ ਦੇ ਉੱਪਰ ਜੀਵਨ ਸੰਭਵ ਨਹੀਂ ਹੈ? ਸੋ ਇਹ ਹੈ ਜੀ ਅੰਟਾਰਕਟਿਕਾ। ਕਿਉਂ ਨਹੀਂ ਹੈ? ਕਿਉਂਕਿ ਇਹ ਸਾਰੇ ਦਾ ਸਾਰਾ ਜਿਹੜਾ ਹੈ ਉਹ ਬਰਫ਼ ਦਾ ਹੀ ਬਣਿਆ ਹੋਇਆ ਹੈ। ਸੋ ਬਰਫ਼ ਹੀ ਬਰਫ਼ ਹੈ ਅਤੇ ਕਲਾਈਮੇਟ ਜਿਹੜਾ ਹੈ ਬਹੁਤ ਠੰਡਾ ਇੱਥੋਂ ਦਾ, ਠੀਕ ਹੈ, 90 ਡਿਗਰੀ ਉੱਪਰ ਪੈ ਜਾਂਦਾ ਹੈ। ਇਸ ਤੋਂ ਇਲਾਵਾ ਇਹ ਸਾਰਾ ਜਿਹੜਾ -ਡਿਗਰੀ ਸੈਲਸੀਅਸ ਟੈਂਪਰੇਚਰ ਹੁੰਦਾ ਇੱਥੇ, ਇਸ ਕਰਕੇ ਮਨੁੱਖ ਦੇ ਲਈ ਇੱਥੇ ਰਹਿਣਾ ਬਹੁਤ ਮੁਸ਼ਕਿਲ ਹੈ। ਬਟ ਬਹੁਤ ਸਾਰੇ ਲੋਕ ਹੈਗੇ ਨੇ ਜਿਹੜੇ ਇੱਥੇ ਜਾਂਦੇ ਵੀ ਰਹਿੰਦੇ ਹੈਗੇ ਨੇ, ਇਹੋ ਜਿਹੀ ਗੱਲ ਵੀ ਨਹੀਂ ਹੈਗੀ। ਓਕੇ, ਨੈਕਸਟ ਹੈ ਜੀ, ਸੰਸਾਰ ਦਾ ਸਭ ਤੋਂ ਵੱਡਾ ਦੇਸ਼ ਕਿਹੜਾ ਹੈ? ਹੁਣ ਧਿਆਨ ਰੱਖਿਓ ਵੀ ਜੇ ਤਾਂ ਮਹਾਂਦੀਪ ਪੁੱਛਿਆ ਫਿਰ ਏਸ਼ੀਆ ਹੋਊਗਾ, ਅਤੇ ਜੇ ਦੇਸ਼ ਪੁੱਛ ਲਿਆ ਉਹਨਾਂ ਨੇ, ਕੰਟਰੀ ਪੁੱਛ ਲਈ ਤਾਂ ਫਿਰ ਹੋਰ ਹੋਊਗਾ। ਤਾਂ ਇਹ ਕਿਹੜਾ ਹੋਊਗਾ ਜੀ? ਰੂਸ। ਰੂਸ ਜਿਹੜਾ ਹੈ ਇਹ ਸੰਸਾਰ ਦਾ ਸਭ ਤੋਂ ਵੱਡਾ ਦੇਸ਼ ਹੈ। ਅਤੇ ਦੂਸਰੇ ਸਥਾਨ 'ਤੇ ਕਿਹੜਾ ਹੁੰਦਾ ਹੈ ਜੀ? ਕੈਨੇਡਾ। ਓਕੇ, ਕੈਨੇਡਾ ਜਿਹੜਾ ਹੈ ਉਹ ਦੂਸਰੇ ਸਥਾਨ ਦੇ ਉੱਪਰ ਆਉਂਦਾ ਹੈ। ਧਰਤੀ ਦੇ ਉੱਪਰ ਸਭ ਤੋਂ ਛੋਟਾ ਦੇਸ਼ ਕਿਹੜਾ ਹੈ ਜੀ? ਤਾਂ ਧਰਤੀ ਦੇ ਉੱਪਰ ਸਭ ਤੋਂ ਛੋਟਾ ਦੇਸ਼ ਹੈ ਜੀ ਵੈਟੀਕਨ ਸਿਟੀ। ਇਹ ਸੰਸਾਰ ਦੀ ਸਭ ਤੋਂ ਛੋਟੇ ਦੇਸ਼ ਦੇ ਰੂਪ ਦੇ ਵਿੱਚ ਜਾਣੀ ਜਾਂਦੀ ਹੈ। ਅਤੇ ਭਾਰਤ ਜਿਹੜਾ ਹੈ ਨਾ ਉਹ 7ਵੇਂ ਸਥਾਨ 'ਤੇ ਆਉਂਦਾ ਹੈ। ਮੈਂ ਸ਼ਾਇਦ ਪਹਿਲਾਂ ਕੁਐਸਚਨ ਕਰਵਾਇਆ ਹੋਇਆ ਤਾਂ ਉਹ ਵੀ ਨੋਟ ਕਰ ਲਿਓ। ਇੰਡੀਆ ਜਿਹੜਾ ਹੈ ਸਾਈਜ਼ ਦੇ ਅਕੋਰਡਿੰਗ ਹੈ ਉਹ 7ਵੇਂ ਸਥਾਨ 'ਤੇ ਆਉਂਦਾ ਹੈ, ਇਹ ਵੀ ਨੋਟ ਕਰ ਲਿਓ। ਨੈਕਸਟ ਹੈ ਜੀ, ਜਿਹੜੇ ਪੁਆਇੰਟ ਮੈਂ ਐਕਸਟਰਾ ਲਿਖਾਉਣਾ ਹੁੰਦਾ ਨਾ ਉਹ ਪਲੀਜ਼ ਨੋਟ ਕਰ ਲਿਆ ਕਰੋ, ਕਿਉਂਕਿ PDF ਦੇ ਵਿੱਚ ਤੁਹਾਨੂੰ ਇੱਕੋ ਕੁਐਸਚਨ ਮਿਲੇਗਾ, ਬਟ ਕਲਾਸ ਦੇ ਵਿੱਚੋਂ ਕਈ ਕੁਐਸਚਨ ਤੁਹਾਡੇ ਕਵਰ ਹੋ ਜਾਂਦੇ ਹੁੰਦੇ ਨੇ। ਧਰਤੀ ਦਾ ਕਿੰਨਾ ਭਾਗ ਪਾਣੀ ਦੇ ਨਾਲ ਘਿਰਿਆ ਹੋਇਆ ਜੀ? 2/3 ਭਾਗ। ਹੁਣ ਦੋਨੋਂ ਚੀਜ਼ਾਂ ਯਾਦ ਰੱਖਿਓ, ਜੇ ਤਾਂ ਇਸ ਤਰੀਕੇ ਨਾਲ ਪੁੱਛਦੇ ਆ ਫਿਰ 2/3 ਬਣਦਾ ਹੈ, ਅਤੇ ਜੇ ਪਰਸੈਂਟੇਜ ਪੁੱਛਦੇ ਹੈਗੇ ਆ ਫਿਰ 71% ਹੈ, ਠੀਕ ਹੈ। ਔਰ ਲੈਂਡ ਜਿਹੜੀ ਹੈ ਉਹ 29% ਹੈ। ਨੈਕਸਟ ਹੈ ਜੀ, ਧਰਤੀ ਦੇ ਕੁੱਲ ਕਿੰਨੇ ਪ੍ਰਤੀਸ਼ਤ ਭਾਗ ਦੇ ਵਿੱਚ ਕੁੱਲ ਕਿੰਨੇ ਮਹਾਸਾਗਰ ਨੇ? ਸੌਰੀ, 4 ਮਹਾਸਾਗਰ ਨੇ। ਵੈਸੇ ਕਈ ਬੁੱਕਸ ਦੇ ਵਿੱਚ ਤੁਹਾਨੂੰ 5 ਵੀ ਮਿਲ ਜਾਣਗੇ, ਠੀਕ ਹੈ। ਤਾਂ ਇਹ 4 ਕਿਹੜੇ ਹੈਗੇ ਨੇ? ਜਿਹਦੇ ਵਿੱਚ ਪ੍ਰਸ਼ਾਂਤ ਮਹਾਸਾਗਰ, ਅਟਲਾਂਟਿਕ ਮਹਾਸਾਗਰ ਜਿਹਨੂੰ ਅੰਧ ਮਹਾਸਾਗਰ ਕਿਹਾ ਜਾਂਦਾ ਹੈ, ਹਿੰਦ ਮਹਾਸਾਗਰ ਹੋ ਗਿਆ, ਠੀਕ ਹੈ। ਇਹ ਪ੍ਰਮੁੱਖ ਨੇਗੇ 4, ਠੀਕ ਹੈ। ਇਸ ਤੋਂ ਇਲਾਵਾ ਇੱਕ ਹੋਰ ਦੱਖਣੀ ਜਿਹੜਾ ਕਹਿ ਸਕਦੇ ਹੈਗੇ ਨਾ ਉਹ ਵੀ ਮੰਨ ਲਿਆ ਜਾਂਦਾ ਹੈ ਇਹਦੇ ਵਿੱਚ। ਨੈਕਸਟ ਹੈ ਜੀ, ਸੰਸਾਰ ਦਾ ਸਭ ਤੋਂ ਵੱਡਾ ਮਹਾਸਾਗਰ ਕਿਹੜਾ ਹੈ ਜੀ? ਤਾਂ ਸੰਸਾਰ ਦਾ ਸਭ ਤੋਂ ਵੱਡਾ ਮਹਾਸਾਗਰ ਹੈ ਜੀ ਪ੍ਰਸ਼ਾਂਤ ਮਹਾਸਾਗਰ, ਜਿਹਨੂੰ ਪੈਸੀਫਿਕ ਓਸ਼ਨ ਕਿਹਾ ਜਾਂਦਾ ਹੈ। ਅਤੇ ਇਹਦੇ ਵਿੱਚ ਹੀ ਮੈਰੀਨਾ ਖਾਈ ਹੈ ਜਿਹੜੀ ਕਿ 10,911 ਮੀਟਰ ਦੀ ਹਾਈਟ ਦੇ ਉੱਪਰ ਨੀਚੇ ਹੈ, ਡਿਪਥ ਦੇ ਵਿੱਚ ਹੈ। ਨੈਕਸਟ ਹੈ ਜੀ, ਸੰਸਾਰ ਦਾ ਸਭ ਤੋਂ ਛੋਟਾ ਮਹਾਸਾਗਰ ਕਿਹੜਾ ਹੈ? ਸੰਸਾਰ ਦਾ ਸਭ ਤੋਂ ਛੋਟਾ ਮਹਾਸਾਗਰ ਹੈ ਆਰਕਟਿਕ ਮਹਾਸਾਗਰ। ਇਹ ਸਾਰਾ ਪਾਣੀ ਦੇ ਨਾਲ ਹੀ ਕਵਰ ਹੈ, ਸੌਰੀ ਬਰਫ਼ ਦੇ ਨਾਲ ਹੀ ਕਵਰ ਹੈ, ਬਟ ਫਿਰ ਵੀ ਛੋਟਾ ਹੈ ਸਾਰੇ ਮਹਾਸਾਗਰਾਂ ਦੇ ਨਾਲੋਂ। ਓਕੇ, ਦੂਸਰੇ ਸਥਾਨ ਦੇ ਉੱਪਰ ਅੰਧ ਮਹਾਸਾਗਰ ਹੈ। ਵੱਡਾ ਮਹਾਸਾਗਰ ਦੀ ਗੱਲ ਕਰੀਏ ਤਾਂ ਪਹਿਲਾ ਪ੍ਰਸ਼ਾਂਤ ਹੈ, ਦੂਸਰਾ ਅੰਧ ਮਹਾਸਾਗਰ ਜਿਹਨੂੰ ਅਟਲਾਂਟਿਕ ਓਸ਼ਨ ਕਹਿ ਦਿੰਦੇ ਹੈਗੇ ਆ, ਤੀਸਰੇ ਸਥਾਨ 'ਤੇ ਸਾਡਾ ਹਿੰਦ ਮਹਾਸਾਗਰ ਆਉਂਦਾ ਹੈ। ਨੈਕਸਟ ਹੈ, ਵਾਯੂਮੰਡਲ ਧਰਤੀ ਦੀ ਸਤ੍ਹਾ ਤੋਂ ਕਿੰਨੇ ਉਚਾਈ ਤੱਕ ਫੈਲਿਆ ਹੋਇਆ ਹੈ? ਜਿਹੜਾ ਐਟਮੋਸਫੀਅਰ ਹੈ ਨਾ ਉਹ ਕਿੰਨੇ ਕਿਲੋਮੀਟਰ ਦੀ ਹਾਈਟ ਤੱਕ ਫੈਲਿਆ ਹੋਇਆ ਹੈ? ਸੋ ਇਹ 1600 ਕਿਲੋਮੀਟਰ ਤੱਕ ਦੀ ਹਾਈਟ ਤੱਕ ਫੈਲਿਆ ਹੋਇਆ ਹੈ, ਠੀਕ ਹੈ। ਧਰਤੀ ਤੋਂ ਲੈ ਕੇ ਇਹ ਪੂਰਾ ਜਿਹੜਾ ਕਵਰ ਕੀਤਾ ਹੈ 1600 ਕਿਲੋਮੀਟਰ ਦਾ ਏਰੀਆ ਬਣਦਾ ਹੈ। ਇਹ ਸਾਰੇ ਦਾ ਸਾਰਾ ਐਟਮੋਸਫੀਅਰ ਹੀ ਹੈ। ਨੈਕਸਟ ਹੈ ਜੀ, ਹਵਾ ਦੇ ਵਿੱਚ ਨਾਈਟ੍ਰੋਜਨ ਦੀ ਮਾਤਰਾ ਕਿੰਨੀ ਹੈ? ਇਹ ਕੁਐਸਚਨ ਵੀ ਵੈਰੀ ਇੰਪੋਰਟੈਂਟ ਹੈ ਬਈ। ਨਾਈਟ੍ਰੋਜਨ ਦੀ ਕਿੰਨੀ ਮਾਤਰਾ ਹੈ ਜੀ? ਤਾਂ ਨਾਈਟ੍ਰੋਜਨ ਜਿਹੜੀ ਹੈ ਸਾਡੇ ਹਵਾ ਦੇ ਵਿੱਚ, ਵਾਯੂਮੰਡਲ ਦੇ ਵਿੱਚ 78% ਹੈਗੀ ਆ, ਜੋ ਕਿ ਸਭ ਤੋਂ ਵੱਧ ਹੈਗੀ। ਹਵਾ ਦੇ ਵਿੱਚ ਆਕਸੀਜਨ ਦੀ ਕਿੰਨੀ ਮਾਤਰਾ ਹੈ? ਇਹ ਵੀ ਨੋਟ ਕਰ ਲਿਓ ਬਈ। ਸੋ ਹਵਾ ਦੇ ਵਿੱਚ ਆਕਸੀਜਨ ਦੀ ਮਾਤਰਾ ਹੈ ਜੀ 20%, 20.9%। ਕਈ ਵਾਰ ਤੁਹਾਨੂੰ 9 ਨਾਲ ਪਾ ਵੀ ਸਕਦਾ ਅਤੇ ਕਈ ਵਾਰ ਇਕੱਲਾ ਤੁਹਾਨੂੰ 20 ਵੀ ਪਾ ਸਕਦਾ ਹੈ, ਠੀਕ ਹੈ। ਤਾਂ ਦੋਨੋਂ ਚੀਜ਼ਾਂ ਹੀ ਧਿਆਨ 'ਚ ਰੱਖਣੀਆਂ। 20% ਵਾਲਾ ਖੇਤਰ ਜਿਹੜਾ ਹੈ ਉਹ ਆਕਸੀਜਨ ਦੇ ਅਧੀਨ ਆਉਂਦਾ ਹੈ। ਅਗਰ ਕਾਰਬਨ ਡਾਈਆਕਸਾਈਡ ਵੀ ਪੁੱਛ ਲੈਂਦੇ ਤਾਂ ਉਹ 0.003% ਦੇ ਖੇਤਰ ਦੇ ਵਿੱਚ ਹੈਗੀ ਆ। ਓਕੇ, ਭਾਰਤ ਵਿੱਚ ਤਾਪਮਾਨ ਅਤੇ ਮਾਨਸੂਨ ਦੀ ਭਿੰਨਤਾ ਦੇ ਆਧਾਰ ਦੇ ਉੱਤੇ ਕਿੰਨੀਆਂ ਰੁੱਤਾਂ ਪਾਈਆਂ ਜਾਂਦੀਆਂ ਨੇ? ਧਿਆਨ ਰੱਖਿਓ, ਤਾਪਮਾਨ ਦੇ ਆਧਾਰ ਦੇ ਉੱਪਰ ਤੇ ਮਾਨਸੂਨ, ਇਹਨਾਂ ਨੇ ਦੋਨੋਂ ਚੀਜ਼ਾਂ ਦੀ ਗੱਲ ਕੀਤੀ ਹੈਗੀ ਆ। ਤਾਂ ਇਸ ਆਧਾਰ ਦੇ ਉੱਪਰ ਭਾਰਤ ਦੇ ਵਿੱਚ 4 ਰੁੱਤਾਂ ਨੇਗੀਆਂ। ਇੱਕ ਸਰਦੀਆਂ ਦੀ ਰੁੱਤ, ਇੱਕ ਗਰਮੀਆਂ ਦੀ ਰੁੱਤ ਹੁੰਦੀ ਹੈਗੀ ਆ, ਇੱਕ ਪਤਝੜ ਦੀ ਹੁੰਦੀ ਹੈ, ਅਤੇ ਇੱਕ ਬਸੰਤ ਦੀ ਰੁੱਤ ਹੁੰਦੀ ਹੈਗੀ, ਠੀਕ ਹੈ। ਇਹ 4 ਰੁੱਤਾਂ ਤੋਂ ਮਿਲ ਕੇ ਬਣਦਾ ਹੈ ਸਾਡੇ ਭਾਰਤ ਦਾ ਪੂਰਾ ਕਲਾਈਮੇਟ। ਨੈਕਸਟ ਹੈ ਜੀ, ਭਾਰਤ ਦੇ ਵਿੱਚ ਸ਼ੀਤ ਰੁੱਤ ਦਾ ਸਮਾਂ ਕੀ ਹੁੰਦਾ ਹੈ? ਚੱਕੀ ਸਮਾਂ ਹੈ, ਠੀਕ ਹੈ। ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ, ਕਿਉਂਕਿ ਹੁਣ ਚੱਲ ਵੀ ਰਿਹਾ ਹੈ ਸਰਦੀਆਂ ਦਾ ਮੌਸਮ, ਇਸੇ ਨੂੰ ਹੀ ਸ਼ੀਤ ਰੁੱਤ ਕਿਹਾ ਜਾਂਦਾ ਹੈ, ਠੰਡ ਦਾ ਮੌਸਮ ਜਿਹੜਾ ਹੈ। ਅਤੇ ਸਾਡੇ ਭਾਰਤ ਦੇ ਵਿੱਚ ਸਾਰੇ ਜਿਹੜੇ ਹੈ ਨਾ
ਕਲਾਈਮੇਟ ਅਕੋਰਡਿੰਗ ਵੰਡੇ ਹੋਏ ਨੇ, ਇਸ ਕਰਕੇ ਸਾਰੀਆਂ ਚੀਜ਼ਾਂ ਨੂੰ ਯਾਦ ਰੱਖਣਾ। ਤਾਂ ਮੱਧ ਦਸੰਬਰ ਤੋਂ ਸ਼ੁਰੂ ਹੁੰਦਾ ਹੈ, ਯਾਨੀ ਕਿ ਅੱਜ ਤੋਂ ਸ਼ੁਰੂ ਹੋ ਚੁੱਕਿਆ ਹੈ, ਅਤੇ ਫਰਵਰੀ ਦੇ ਅੰਤ ਤੱਕ ਇਹ ਪੂਰੀ ਜਿਹੜੀ ਹੈ ਕੜਾਕੇ ਦੀ ਠੰਡ ਪਾਊਗਾ। ਇਹ ਸਾਰਾ ਜਿਹੜਾ ਹੈ ਸ਼ੀਤ ਰੁੱਤ ਦਾ ਮੌਸਮ ਹੋਊਗਾ, ਯਾਨੀ ਕਿ ਸਰਦੀਆਂ ਦਾ ਰੁੱਤ ਹੋਊਗਾ। ਭਾਰਤ ਦੇ ਵਿੱਚ ਗਰਮੀਆਂ ਦੀ ਰੁੱਤ ਦਾ ਸਮਾਂ ਕੀ ਹੁੰਦਾ ਹੈ? ਇਹ ਸ਼ੁਰੂ ਹੁੰਦਾ ਜੀ ਮਾਰਚ ਤੋਂ ਜੂਨ ਤੱਕ ਦੇ ਮਹੀਨੇ ਦੇ ਵਿੱਚ, ਠੀਕ ਹੈ, ਮਾਰਚ ਤੋਂ ਲੈ ਕੇ ਜੂਨ ਤੱਕ ਦੇ ਮਹੀਨੇ ਦੇ ਵਿੱਚ। ਇਹ ਬਹੁਤ ਜ਼ਿਆਦਾ ਸਰਦੀ ਹੁੰਦੀ ਹੈ ਸ਼ੀਤ ਦੇ ਵਿੱਚ, ਇੱਥੇ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ। ਬਾਕੀ ਦੇ ਮੌਸਮ ਦੇ ਵਿੱਚ ਜਿਹੜਾ ਨਾ ਤਾਂ ਜ਼ਿਆਦਾ ਗਰਮੀ ਹੁੰਦੀ ਹੈ ਅਤੇ ਨਾ ਜ਼ਿਆਦਾ ਬਹੁਤੀ ਕਹਿ ਸਕਦੇ ਹਾਂ ਸਰਦੀ ਹੁੰਦੀ ਹੈ, ਠੀਕ ਹੈ, ਯਾਨੀ ਕਿ ਮੈਕਸੀਮਮ ਜਿਹਾ ਹੁੰਦਾ ਹੈ। ਭਾਰਤ ਦੇ ਵਿੱਚ ਮਾਨਸੂਨ ਰੁੱਤ ਦਾ ਸਮਾਂ ਕੀ ਹੈ ਜੀ? ਤਾਂ ਮੱਧ ਜੂਨ ਤੋਂ ਸ਼ੁਰੂ ਹੁੰਦਾ ਹੈ ਅਤੇ ਸਤੰਬਰ ਤੱਕ ਜਿਹੜੇ ਹੈ ਭਾਰਤ ਦੇ ਵਿੱਚ ਮਾਨਸੂਨ ਆਉਂਦੀਆਂ ਹੈਗੀਆਂ ਨੇਗੀਆਂ। ਓਕੇ, ਮਾਨਸੂਨ ਦੇ ਨਾਲ ਸੰਬੰਧਿਤ ਇੱਕ ਫੈਕਟਰ ਸੁਣ ਲਿਓ ਕਿ ਜਿਹੜੀਆਂ ਮਾਨਸੂਨ ਨੇ ਉਹਦੇ ਬਾਰੇ ਕੁਐਸਚਨ ਪੁੱਛ ਲਿਆ ਜਾਂਦਾ ਹੈ ਕਿ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਕਿਹੜੇ ਤੱਟ 'ਤੇ ਪਹੁੰਚਦੀਆਂ ਨੇ? ਇਹ ਪੱਛਮੀ ਤੱਟ 'ਤੇ ਪਹੁੰਚਦੀਆਂ ਨੇ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ, ਠੀਕ ਹੈ। ਪੱਛਮੀ ਤੱਟ ਜਾਂ ਪੱਛਮੀ ਘਾਟ ਦੋਨੋਂ ਚੀਜ਼ਾਂ ਦੇ ਵਿੱਚ ਤੁਸੀਂ ਯਾਦ ਰੱਖ ਲਿਓ। ਮੈਪ ਹੈ ਇੰਡੀਆ ਦਾ, ਠੀਕ ਹੈ, ਇਹ ਵਾਲੀ ਜਿਹੜੀ ਸਾਈਡ ਹੈ ਇਹਨੂੰ ਕਿਹਾ ਜਾਂਦਾ ਹੈ ਪੱਛਮੀ ਤੱਟ ਜਾਂ ਪੱਛਮੀ ਘਾਟ। ਇਸ ਖੇਤਰ ਦੇ ਵਿੱਚ ਇਹ ਸਭ ਤੋਂ ਪਹਿਲਾਂ ਆਉਂਦੀ ਹੈ, ਅਤੇ ਇਹ ਵੀ ਧਿਆਨ 'ਚ ਰੱਖਣਾ ਕਿ ਇਹ ਕੇਰਲਾ ਦੇ ਵਿੱਚ ਸਭ ਤੋਂ ਪਹਿਲਾਂ ਪਹੁੰਚਦੀ ਹੈਗੀ ਹੈ, ਕਿਉਂਕਿ ਇਹ ਪੱਛਮੀ ਘਾਟ ਦੇ ਉੱਪਰ ਹੀ ਸਥਿਤ ਹੈ, ਠੀਕ ਹੈ। ਸੋ ਆਈ ਥਿੰਕ 25 ਜੂਨ ਨੂੰ ਇੱਥੇ ਪਹੁੰਚਦੀਆਂ ਹੁੰਦੀਆਂ ਨੇ। ਸੋ ਡੇਟ ਨਾ ਯਾਦ ਰੱਖਣਾ, ਕਿਉਂਕਿ ਡੇਟ ਸ਼ਾਇਦ ਹੋ ਸਕਦਾ ਮੈਂ ਇੱਧਰ ਉੱਧਰ ਹੋ ਜਾਏ ਮਾੜਾ ਮੋਟਾ ਮੇਰੇ ਤੋਂ, ਠੀਕ ਹੈ, ਬਟ ਖੇਤਰ ਯਾਦ ਰੱਖਣਾ। ਪੱਛਮੀ ਘਾਟ ਦੇ ਉੱਪਰ ਸਭ ਤੋਂ ਪਹਿਲਾਂ ਪਹੁੰਚਦੀ ਹੈ, ਕੇਰਲਾ ਦੇ ਵਿੱਚ ਸਭ ਤੋਂ ਪਹਿਲਾਂ ਹੁੰਦੀ ਹੈਗੀ ਹੈ। ਨੈਕਸਟ ਹੈ ਜੀ ਮੁੜਦੇ ਮਾਨਸੂਨ ਰੁੱਤ ਦਾ ਸਮਾਂ ਕੀ ਹੈ? ਜਦੋਂ ਜਿਹੜਾ ਮਾਨਸੂਨ ਹੈ ਉਹ ਵਾਪਸ ਮੁੜਦਾ ਹੈਗਾ ਤਾਂ ਉਦੋਂ ਕਦੋਂ ਵਾਪਸ ਜਾਂਦਾ ਹੈ? ਮੱਧ ਜੂਨ ਤੋਂ ਸ਼ੁਰੂ ਹੁੰਦਾ ਹੈ ਅਤੇ ਸਤੰਬਰ ਤੱਕ ਆਉਂਦਾ ਹੈ, ਬਟ ਮੁੜਦਾ ਕਦੋਂ ਹੈ? ਅਕਤੂਬਰ ਤੋਂ ਲੈ ਕੇ ਨਵੰਬਰ ਤੱਕ, ਠੀਕ ਹੈ। ਕਾਫੀ ਸਾਰੇ ਖੇਤਰਾਂ ਦੇ ਵਿੱਚ ਮੁੜਦੇ ਹੋਏ ਮਾਨਸੂਨ ਦੇ ਨਾਲ ਵਰਖਾ ਹੁੰਦੀ ਹੈ, ਅਤੇ ਕਾਫੀ ਸਾਰੇ ਖੇਤਰਾਂ ਦੇ ਵਿੱਚ ਜਿਹੜਾ ਹੈ ਮਾਨਸੂਨ ਆਉਣ ਦੇ ਨਾਲ ਜਿਹੜਾ ਕਹਿ ਸਕਦੇ ਹਾਂ ਵਰਖਾ ਹੁੰਦੀ ਹੈ। ਭਾਰਤ ਦੇ ਵਿੱਚ ਅਧਿਕ ਮਾਤਰਾ ਦੇ ਵਿੱਚ ਬਰਸਾਤ ਕਿਹੜੇ ਭਾਗਾਂ ਦੇ ਵਿੱਚ ਅਤੇ ਕਦੋਂ ਹੁੰਦੀ ਹੈ ਜੀ? ਸੋ ਇਹਦੇ ਵਿੱਚ ਹੈ ਜੀ ਮਾਨਸੂਨ ਰੁੱਤ। ਓਕੇ, ਮਾਨਸੂਨ ਰੁੱਤ ਦੇ ਵਿੱਚ ਹੁੰਦੀ ਹੈਗੀ ਜ਼ਿਆਦਾਤਰ ਵਰਖਾ ਪੂਰੇ ਭਾਰਤ ਦੇ ਵਿੱਚ। ਇੱਕ ਨਾ ਹੋਰ ਵੀ ਯਾਦ ਰੱਖ ਲਿਓ, ਇੱਕ ਨਾ ਮਾਨਸੂਨ ਰਾਮ ਨਾਂ ਦਾ ਇੱਕ ਸਥਾਨ ਹੈ, ਚਿਰਾਪੁੰਜੀ ਦੇ ਕੋਲ ਪੈਂਦਾ ਹੈ ਮਾਨਸੂਨ ਰਾਮ। ਓਕੇ, ਇਸ ਖੇਤਰ ਦੇ ਵਿੱਚ ਸੰਸਾਰ ਦੀ ਸਭ ਤੋਂ ਵੱਧ ਵਰਖਾ ਪੈਂਦੀ ਹੈਗੀ 1028 mm ਦੇ ਕਰੀਬ ਵਰਖਾ ਪੈਂਦੀ ਹੈਗੀ ਹੈ। ਓਕੇ, ਡਾਟਾ ਹੋ ਸਕਦਾ ਇੱਧਰ ਉੱਧਰ ਹੋ ਜਾਏ ਮਾੜਾ ਮੋਟਾ, ਬਟ ਕੇਂਦਰ ਜਿਹੜਾ ਸਹੀ ਹੈ। ਮਾਨਸੂਨ ਰਾਮ ਜਿਹੜਾ ਹੈ ਇਹ ਚਿਰਾਪੁੰਜੀ ਦੇ ਕੋਲ ਪੈਂਦਾ ਹੈ, ਇੱਥੇ ਸੰਸਾਰ ਦੀ ਸਭ ਤੋਂ ਵੱਧ ਵਰਖਾ ਹੁੰਦੀ ਹੈਗੀ। ਓਕੇ ਜੀ, ਨੈਕਸਟ ਹੈ ਜੀ ਭਾਰਤ ਦੀ ਵਨਸਪਤੀ ਨੂੰ ਮੁੱਖ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ? ਭਾਰਤ ਦੀ ਜਿਹੜੀ ਵਨਸਪਤੀ ਹੈ ਉਸ ਨੂੰ 5 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ, ਜੋ ਅਗਲੇ ਕੁਐਸਚਨ ਦੇ ਵਿੱਚ ਮੈਂ ਐਡ ਕਰੂੰਗਾ ਕਿ ਕਿਹੜੀ ਕਿਹੜੀ ਹੈ ਅਤੇ ਕਿੱਥੇ ਪਾਈ ਜਾਂਦੀ ਹੈ, ਠੀਕ ਹੈ, ਅਗਲੀ ਆਪਣੀ ਕਲਾਸ ਦੇ ਵਿੱਚ। ਨੈਕਸਟ ਹੈ ਭਾਰਤ ਦਾ ਰਾਸ਼ਟਰ ਪੰਛੀ ਕਿਹੜਾ ਹੈ ਜੀ? ਇਹ ਵੀ ਪਤਾ ਹੈ ਸਭ ਨੂੰ, ਮੋਰ ਹੀ ਹੈ। ਨੈਕਸਟ ਹੈ ਜੀ ਉਚਿਤ ਪਰਿਸਥਿਤੀ ਸੰਤੁਲਿਤ ਬਣਾਏ ਰੱਖਣ ਦੇ ਲਈ ਕੁੱਲ ਖੇਤਰ ਦਾ ਕਿੰਨਾ ਭਾਗ ਜਿਹੜਾ ਹੈ ਉਹ ਜੰਗਲਾਂ ਦੇ ਅਧੀਨ ਹੋਣਾ ਚਾਹੀਦਾ ਹੈ? ਇਹ ਸ਼ਾਇਦ ਮੈਂ ਪਹਿਲਾਂ ਕਰਵਾਇਆ ਹੋਇਆ, ਠੀਕ ਹੈ, ਸ਼ਾਇਦ। ਤੇ ਜੰਗਲਾਂ ਦੇ ਲਈ ਕਹਿ ਸਕਦੇ ਨੇ ਕਿ ਜੰਗਲ ਜਿਹੜੇ ਸਾਡੇ ਭਾਰਤ ਦੇ ਲਗਾ ਲਓ ਜਾਂ ਪੂਰੇ ਧਰਤੀ ਦਾ ਲਗਾ ਲਓ ਕਿੰਨੇ % ਹੋਣਾ ਜ਼ਰੂਰੀ ਹੈ? ਤਾਂ 1/3 ਭਾਗ ਜਿਹੜਾ ਹੈ ਉਹ ਜੰਗਲਾਂ ਦਾ ਹੋਣਾ ਜ਼ਰੂਰੀ ਹੈ। ਅਤੇ ਜੇ ਪਰਸੈਂਟੇਜ 'ਚ ਪੁੱਛ ਲੈਣ ਤਾਂ ਫਿਰ ਸਾਡੇ ਕੋਲ ਜਿਹੜਾ ਕਹਿ ਸਕਦੇ ਹਾਂ 33% ਜੰਗਲ ਹੋਣੇ ਜ਼ਰੂਰੀ ਨੇ, ਜੇਕਰ ਅਸੀਂ ਪੂਰੇ ਦਾ ਪੂਰਾ ਜਿਹੜਾ ਸਟਰਕਚਰ ਹੈ ਸਹੀ ਸੰਤੁਲਨ ਬਣਾ ਕੇ ਰੱਖਣੇ ਚਾਹੁੰਦੇ ਹੈਗੇ ਧਰਤੀ ਦਾ, ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਨਾ ਹੋਵੇ, ਨਾ ਜ਼ਿਆਦਾ ਗਰਮੀ ਅਤੇ ਨਾ ਜ਼ਿਆਦਾ ਸਰਦੀ ਹੋਵੇ। ਨੈਕਸਟ ਹੈ ਜੀ ਭਾਰਤ ਦੇ ਭੂਗੋਲਿਕ ਖੇਤਰ ਦੇ ਕੁੱਲ ਕਿੰਨੇ ਹਿੱਸੇ ਰਾਸ਼ਟਰੀ ਘਰ ਜਾਂ ਜੰਗਲੀ ਜੀਵ ਰੁੱਖਾਂ ਦੇ ਅਧੀਨ ਆਉਂਦੇ ਹੈਗੇ ਨੇ? ਤਾਂ ਟੋਟਲ 4.5% ਖੇਤਰ ਦੇ ਵਿੱਚ ਭਾਰਤ ਦੇ ਭੂਗੋਲਿਕ ਖੇਤਰ ਦੇ ਵਿੱਚ ਰਾਸ਼ਟਰੀ ਘਰ ਅਤੇ ਜੰਗਲੀ ਜੀਵ ਜਿਹੜੇ ਆਉਂਦੇ ਹੈਗੇ ਨੇ, ਜੋ ਕਿ ਬਹੁਤ ਥੋੜ੍ਹੇ ਹੈਗੇ ਨੇਗੇ, ਠੀਕ ਹੈ। ਭਾਰਤ ਦੇ ਵਿੱਚ ਜਿਹੜੇ ਜੰਗਲ ਨੇ ਨਾ ਉਹ ਤਕਰੀਬਨ 21% ਦੇ ਕਰੀਬ ਪਾਏ ਜਾਂਦੇ ਹੈਗੇ ਨੇਗੇ, 21% ਦੇ। ਨੈਕਸਟ ਹੈ ਜੀ ਜਵਾਰੀ ਬਨਸਪਤੀ ਭਾਰਤ ਦੇ ਵਿੱਚ ਕਿੱਥੇ ਮਿਲਦੀ ਹੈ? ਸੋ ਜਵਾਰੀ ਬਨਸਪਤੀ ਜਿਹੜੀ ਹੈ ਉਹ ਸੁੰਦਰਬਨ ਡੈਲਟਾ ਦੇ ਵਿੱਚ ਮਿਲਦੀ ਹੈ, ਅਤੇ ਸੁੰਦਰਬਨ ਡੈਲਟਾ ਜਿਹੜਾ ਹੈ ਨਾ ਇਹ ਸੰਸਾਰ ਦਾ ਸਭ ਤੋਂ ਵੱਡਾ ਡੈਲਟਾ ਹੈ। ਇਹਦਾ ਨਾਮ ਸੁੰਦਰਬਨ ਇਸ ਕਰਕੇ ਪਿਆ ਹੈ ਕਿਉਂਕਿ ਇੱਥੇ ਸੁੰਦਰਬਨ ਨਾਂ ਦੇ ਦਰਖਤ ਪਾਏ ਜਾਂਦੇ ਨੇ, ਉਹਦੇ ਆਧਾਰ ਦੇ ਉੱਪਰ ਇਸ ਦਾ ਜਿਹੜਾ ਹੈ ਨਾ ਨਾਮ ਇਹ ਪੈ ਜਾਂਦਾ ਹੈ। ਅਤੇ ਇਹ ਗੰਗਾ ਬ੍ਰਹਮਪੁੱਤਰ ਦੇ ਦੁਆਰਾ ਬਣਾਇਆ ਹੋਇਆ ਜਿਹੜਾ ਹੈ ਨਾ ਡੈਲਟਾ ਹੈਗਾ ਸੋ ਇਸ ਸਥਾਨ ਦੇ ਵਿੱਚ ਇਹ ਭਾਰਤ ਸਾਡਾ ਬਣ ਜਾਂਦਾ ਹੈ। ਇੱਧਰੋਂ ਜਿਹੜੀ ਬ੍ਰਹਮਪੁੱਤਰ ਆਉਂਦੀ ਹੈ ਅਤੇ ਇੱਧਰੋਂ ਜਿਹੜੀ ਹੈ ਗੰਗਾ ਜਾਂਦੀ ਹੈ, ਇਹ ਆਪਣੇ ਨਾਲ ਲਿਆਂਦੀ ਹੋਈ ਮਿੱਟੀ ਜਿਹੜੀ ਹੈ ਇੱਥੇ ਜਮ੍ਹਾਂ ਕਰ ਦਿੰਦੀ ਹੈ, ਫਿਰ ਇੱਥੇ ਬਹੁਤ ਸਾਰੇ ਜਿਹੜੇ ਸਰਕਲ ਜੇ ਬਣ ਜਾਂਦੇ ਹੈਗੇ ਨੇ, ਠੀਕ ਹੈ, ਅਤੇ ਫਿਰ ਪੂਰੇ ਵੱਡਾ ਜਿਹੜਾ ਡੈਲਟਾ ਉਹ ਕ੍ਰੀਏਟ ਕਰ ਦਿੰਦੀ ਹੈ। ਅਤੇ ਸੰਸਾਰ ਦਾ ਸਭ ਤੋਂ ਵੱਡਾ ਡੈਲਟਾ ਹੈ ਸੁੰਦਰਬਨ, ਗੰਗਾ ਬ੍ਰਹਮਪੁੱਤਰ ਦੇ ਦੁਆਰਾ ਇਹ ਬਣਾਇਆ ਜਾਂਦਾ ਹੈ। ਇਹਦੀ ਸ਼ੇਪ ਕਿਹੜੀ ਹੈ ਜੀ? ਟ੍ਰਾਇੰਗਲ ਰੂਪ ਦੇ ਵਿੱਚ ਹੁੰਦੀ ਹੈ, ਇਹ ਵੀ ਯਾਦ ਰੱਖ ਲਿਓ। ਨੈਕਸਟ ਹੈ ਜੀ ਧਰਤੀ ਦੇ ਆਲੇ ਦੁਆਲੇ ਹਵਾ ਦੇ ਘੇਰੇ ਨੂੰ ਕੀ ਕਹਿੰਦੇ ਨੇ? ਧਰਤੀ ਦੇ ਆਲੇ ਦੁਆਲੇ ਇਸ ਨੂੰ ਕਿਹਾ ਜਾਂਦਾ ਹੈ ਵਾਯੂਮੰਡਲ। ਜਿਹੜਾ ਧਰਤੀ ਦੇ ਚਾਰੋਂ ਤਰਫ ਗਲਾਫ ਬਣਿਆ ਹੁੰਦਾ ਹੈ ਹਵਾ ਦਾ ਉਹਨੂੰ ਕਿਹਾ ਜਾਂਦਾ ਹੈ ਵਾਯੂਮੰਡਲ। ਜਲ
ਥਲ ਤੇ ਵਾਯੂਮੰਡਲ ਦੇ ਸੁਮੇਲ ਤੋਂ ਬਣੇ ਮੰਡਲ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਜੀ? ਸੋ ਇਸ ਦਾ ਨਾਮ ਹੈ ਜੀ ਜੀਵ ਮੰਡਲ, ਜਿਹਨੂੰ ਬਾਇਓਸਫੇਅਰ ਕਹਿ ਦਿੰਦੇ ਇੰਗਲਿਸ਼ ਦੇ ਵਿੱਚ ਅਸੀਂ। ਓਕੇ, ਬਾਇਓਸਫੇਅਰ। ਇਹਦੇ ਵਿੱਚ ਕੀ ਹੁੰਦਾ ਹੈ ਕਿ ਜਲ ਜੀਵ ਦੇ ਜਲ ਵਿੱਚ, ਥਲ ਵਿੱਚ ਤੇ ਵਾਯੂਮੰਡਲ ਵਿੱਚ ਰਹਿਣ ਵਾਲੇ ਸਾਰੇ ਪਸ਼ੂ ਪੰਛੀ, ਮਨੁੱਖ, ਪੇੜ ਪੌਦੇ, ਸਭ ਕੁਝ ਇਨਕਲੂਡ ਹੁੰਦਾ ਹੈ। ਇਹ ਸਾਰੇ ਦੇ ਸਾਰੇ ਇਸੇ ਦੇ ਵਿੱਚ ਰਹਿੰਦੇ ਹੈਗੇ ਨੇ। ਜਿਹਦੇ ਵਿੱਚ ਇਹ ਚੀਜ਼ਾਂ ਰਹਿੰਦੀਆਂ ਹੈਗੀਆਂ ਨੇ ਉਹ ਸਾਰੇ ਨੂੰ ਹੀ ਜੀਵ ਮੰਡਲ ਕਿਹਾ ਜਾਂਦਾ ਹੈ। ਸੌਰੀ ਵੀ। ਨੈਕਸਟ ਹੈ ਜੀ ਧਰਤੀ ਦੀ ਸਭ ਤੋਂ ਉੱਪਰ ਵਾਲੀ ਪਰਤ ਨੂੰ ਕੀ ਕਹਿੰਦੇ ਹੈਗੇ ਨੇ? ਤਾਂ ਧਰਤੀ ਦੀ ਜਿਹੜੀ ਪਰਤ ਹੈ, ਹੁਣ ਆਪਾਂ ਇਹਦੇ ਬਾਰੇ ਆ ਗਿਆ, ਠੀਕ ਹੈ। ਇਹ ਵੀ ਮੋਸਟ ਇੰਪੋਰਟੈਂਟ ਹੈ। ਧਰਤੀ ਦੀਆਂ ਵੀ 3 ਪਰਤਾਂ ਨੇ, ਇਹ ਵੀ ਧਿਆਨ 'ਚ ਰੱਖ ਲਿਓ। ਓਕੇ, ਆਪਾਂ ਅੱਗੇ ਡਿਫਾਈਨ ਕਰ ਜਾਵਾਂਗੇ। ਪਹਿਲੀ ਹੈ ਜੀ ਸਿਆਲ। ਸਿਆਲ ਕਿਹੜੀ ਹੈ ਜੀ? ਜਿਹੜੀ ਕਿ ਸਭ ਤੋਂ ਪਹਿਲੀ ਪਰਤ ਹੈ, ਠੀਕ ਹੈ, ਸਭ ਤੋਂ ਪਹਿਲੀ ਪਰਤ ਹੈ। ਅਤੇ ਜਿਹੜੀ ਸਿਆਲ ਹੈ ਨਾ, ਇਹਦਾ ਵੈਸੇ ਦੂਸਰਾ ਨਾਮ ਜਿਹੜਾ ਹੈ ਉਹ ਕਰਸਟ ਹੈ। ਓਕੇ, ਕਰਸਟ ਜਿਹੜਾ ਹੈ ਉਹ ਇਸ ਦਾ ਨਾਮ ਹੈ, ਪਹਿਲੀ ਪਰਤ ਹੈ, ਅਤੇ ਇਹਨੂੰ ਸਿਆਲ ਵੀ ਕਿਹਾ ਜਾਂਦਾ ਹੈ। ਸਿਆਲ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਇਸ ਦੇ ਵਿੱਚ ਸਿਲਿਕਾ ਅਤੇ ਅਲਮੂਨੀਅਮ ਜਿਹੜਾ ਹੈ ਉਹਦੀ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜੀ ਹੈ ਨਾ ਪ੍ਰੋਡਕਸ਼ਨ ਹੁੰਦੀ ਹੈ, ਮੀਨਸ ਬਹੁਤ ਜ਼ਿਆਦਾ ਪਾਈ ਜਾਂਦਾ ਹੈ ਸਿਲਿਕਾ ਅਤੇ ਅਲਮੂਨੀਅਮ, ਇਸੇ ਕਰਕੇ ਇਸ ਨੂੰ ਸਿਆਲ ਵੀ ਕਿਹਾ ਜਾਂਦਾ ਹੈ। ਓਕੇ, ਅਤੇ ਇਹ ਵੈਸੇ ਇਸ ਦਾ ਨਾਮ ਜਿਹੜਾ ਹੈ ਉਹ ਕਰਸਟ ਹੈਗਾ ਗਾ। ਨੈਕਸਟ ਹੈ ਜੀ ਮੱਧ ਭਾਗ ਨੂੰ ਕੀ ਕਿਹਾ ਜਾਂਦਾ ਹੈ? ਮੱਧ ਭਾਗ ਅਗਲਾ ਹੈ ਜੀ। ਸੋ ਮੱਧ ਭਾਗ ਨੂੰ ਕਿਹਾ ਜਾਂਦਾ ਹੈਗਾ ਜੀ ਸੀਮਾ। ਓਕੇ, ਸੋ ਸੀਮਾ ਜਿਹੜੀ ਹੈ ਇਹਦਾ ਦੂਸਰਾ ਨਾਮ ਹੈ ਜੀ ਮੈਂਟਲ, ਠੀਕ ਹੈ, ਮੈਂਟਲ ਖੇਤਰ, ਜਾਣੀ ਕਿ ਮੱਧ ਦੇ ਵਿੱਚ ਆਉਂਦੀ ਹੈਗੀ ਇਹ। ਅਤੇ ਇਹਦੇ ਵਿੱਚ ਸਿਲਿਕਾ ਪਲੱਸ ਮੈਗਨੀਸ਼ੀਅਮ ਜਿਹੜਾ ਹੈ, ਠੀਕ ਹੈ, ਸੌਰੀ ਮੈਗਨੀਸ਼ੀਅਮ ਹੈ ਤੇ ਮੈਗਨੀਸ਼ੀਅਮ, ਸੋ ਇਹਦੀ ਜਿਹੜੀ ਮਾਤਰਾ ਜ਼ਿਆਦਾ ਹੈ, ਇਸ ਕਰਕੇ ਜਿਹੜਾ ਹੈ ਇਸ ਨੂੰ ਸੀਮਾ ਪਲੱਸ, ਸੀਮਾ ਦੇ ਨਾਮ ਦੇ ਉੱਪਰ ਜਿਹੜਾ ਜਾਣਿਆ ਜਾਂਦਾ ਹੈ, ਠੀਕ ਹੈ, ਸਿਲਿਕਾ ਪਲੱਸ ਮੈਗਨੀਸ਼ੀਅਮ, ਇਹਦੇ ਆਧਾਰ ਦੇ ਉੱਪਰ ਇਸ ਨੂੰ ਜਿਹੜਾ ਹੈ ਸੀਮਾ ਕਹਿ ਦਿੱਤਾ ਜਾਂਦਾ ਹੈ। ਵੈਸੇ ਇਸ ਦਾ ਦੂਸਰਾ ਨਾਮ ਮੈਂਟਲ ਹੈ। ਤੀਸਰੀ ਤੇ ਅੰਦਰੂਨੀ ਭਾਗ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਬਿਲਕੁਲ ਸੈਂਟਰ ਦੇ ਵਿੱਚ ਹੈ, ਇਸ ਨੂੰ ਕਿਹਾ ਜਾਂਦਾ ਹੈ ਕੋਰ। ਇਸ ਨੂੰ ਕਿਹਾ ਜਾਂਦਾ ਹੈ ਜੀ ਕੋਰ। ਇਸ ਦਾ ਅੰਦਰੂਨੀ ਭਾਗ ਹੈ ਧਰਤੀ ਦਾ ਬਿਲਕੁਲ, ਅਤੇ ਇਸ ਦਾ ਨਾਮ ਨਾਈਫ ਹੈ, ਕਿਉਂਕਿ ਇਹਦੇ ਵਿੱਚ ਨਿਕਲ ਤੇ ਜਿਹੜਾ ਲੋਹਾ ਹੈ ਇਹਦੀ ਬਹੁਤਾਤ ਪਾਈ ਜਾਂਦੀ ਹੈ, ਇਸੇ ਕਰਕੇ ਇਸ ਦਾ ਨਾਮ ਨਾਈਫ ਰੱਖ ਦਿੱਤਾ ਗਿਆ ਹੈ। ਨੈਕਸਟ ਹੈ ਜੀ ਵਾਤਾਵਰਨ ਕਿੰਨੀ ਪ੍ਰਕਾਰ ਦਾ ਹੁੰਦਾ ਹੈ ਜੀ? ਤਾਂ ਵਾਤਾਵਰਨ ਜਿਹੜਾ ਹੈ ਉਹ 2 ਪ੍ਰਕਾਰ ਦਾ ਹੁੰਦਾ ਹੈ। ਇੱਕ ਜਿਹੜਾ ਹੈ ਕੁਦਰਤੀ ਹੁੰਦਾ ਹੈ, ਤੇ ਦੂਸਰਾ ਜਿਹੜਾ ਹੈ ਮਨੁੱਖ ਦੁਆਰਾ ਕ੍ਰੀਏਟ ਕੀਤਾ ਜਾਂਦਾ ਹੈ। ਧਰਤੀ ਦੀ ਸਿਆਲ ਪਰਤ ਦੇ ਵਿੱਚ ਕਿਹੜੇ ਤੱਤ ਹੁੰਦੇ ਨੇ ਜੀ? ਸਿਲਿਕਾ ਹੁੰਦਾ ਹੈ, ਓਕੇ, ਸਿਲਿਕਾ ਤੇ ਅਲਮੂਨੀਅਮ ਹੁੰਦੇ ਹੈਗੇ ਨੇਗੇ। ਧਰਤੀ ਦੀ ਨਾਈਫ ਪਰਤ ਦੇ ਵਿੱਚ ਕਿਹੜੇ ਤੱਤ ਵਧੇਰੇ ਮਾਤਰਾ ਵਿੱਚ ਪਾਏ ਜਾਂਦੇ ਨੇ ਜੀ? ਨਿਕਲ ਤੇ ਲੋਹਾ ਪਾਏ ਜਾਂਦੇ ਨੇ, ਕਿਉਂਕਿ ਮੈਂ ਪਹਿਲਾਂ ਦੱਸ ਚੁੱਕਿਆ ਇਹ। ਓਕੇ, ਵਾਤਾਵਰਨ ਨੂੰ ਕਿੰਨੇ ਮੰਡਲਾਂ ਦੇ ਵਿੱਚ ਵੰਡਿਆ ਗਿਆ ਜੀ? ਤਾਂ 3 ਮੰਡਲਾਂ ਦੇ ਵਿੱਚ ਵਾਤਾਵਰਨ ਨੂੰ ਵੰਡਿਆ ਗਿਆ ਜੀ। ਲਿਥੋਸਫੀਅਰ ਆ ਜਾਂਦਾ ਹੈਗਾ, ਹਾਈਡਰੋਸਫੀਅਰ ਆ ਜਾਂਦਾ ਹੈਗਾ, ਠੀਕ ਹੈ, ਤੇ ਐਟਮੋਸਫੀਅਰ ਆ ਜਾਂਦਾ ਹੈ। ਨੈਕਸਟ ਹੈ ਜੀ ਧਰਤੀ ਦੀਆਂ ਕਿੰਨੀਆਂ ਪਰਤਾਂ ਨੇ ਜੀ? ਧਰਤੀ ਦੀਆਂ 3 ਪਰਤਾਂ ਨੇ। ਸੋ ਸਭ ਤੋਂ ਪਹਿਲਾਂ ਕਰਸਟ ਹੈ, ਫਿਰ ਵਿਚਕਾਰ ਮੈਂਟਲ ਹੈ, ਤੇ ਲਾਸਟ ਦੇ ਵਿੱਚ ਕੋਰ ਹੈਗੀ। ਨੈਕਸਟ ਹੈ ਜੀ ਰੂਸ ਸਾਗਰੀ ਜਲਵਾਯੂ, ਠੀਕ ਹੈ, ਰੋਮ ਸਾਗਰੀ ਹੁੰਦਾ ਹੈ। ਰੋਮ ਸਾਗਰੀ ਜਲਵਾਯੂ ਖੇਤਰ ਵਿੱਚ ਕਿਸ ਪ੍ਰਕਾਰ ਦੀ ਵਰਖਾ ਹੁੰਦੀ ਹੈ ਜੀ? ਇੱਥੇ ਸ਼ੀਤ ਰੁੱਤ ਖੇਤਰ ਜਿਹੜਾ ਹੁੰਦਾ ਨਾ ਇੱਥੇ ਪਾਇਆ ਜਾਂਦਾ ਹੈ। ਓਕੇ, ਸ਼ੀਤ ਰੁੱਤ ਖੇਤਰ ਜਾਣੀ ਕਿ ਵਰਖਾ ਜਿਹੜੀ ਹੈ ਉੱਥੇ ਹੁੰਦਾ ਹੈ ਇਸ ਤਰ੍ਹਾਂ ਦਾ ਕਲਾਈਮੇਟ, ਰੋਮ ਸਾਗਰੀ। ਨੈਕਸਟ ਹੈ ਜੀ ਅੰਮ੍ਰਿਤਸਰ ਦੇ ਨਾਲੋਂ ਸ਼ਿਮਲਾ ਜਿਹੜਾ ਹੈ ਉਹ ਜ਼ਿਆਦਾ ਠੰਡਾ ਹੈ, ਕਿਉਂ? ਇਹਦਾ ਕਾਰਨ ਕੀ ਹੈ ਜੀ? ਇਹਦਾ ਕਾਰਨ ਹੈ ਸਮੁੰਦਰ ਤਲ ਤੋਂ ਉਚਾਈ। ਆਪਾਂ ਇਹ ਗੱਲ ਕੀਤੀ ਸੀ, ਥਿਊਰੀ 'ਚ ਪੜ੍ਹੀ ਹੋਈ ਹੈ, ਜਿਨ੍ਹਾਂ ਨੇ ਕਲਾਸ ਲਗਾਈ ਹੋਈ ਹੈ ਥਿਊਰੀ ਵਾਲੀ, ਕਿ ਜਿਵੇਂ ਜਿਵੇਂ ਅਸੀਂ ਨਾ ਧਰਤੀ ਤੋਂ ਉੱਪਰ ਨੂੰ ਜਾਵਾਂਗੇ, ਅਬਵ ਜਾਵਾਂਗੇ, ਤਾਂ 165 ਮੀਟਰ ਦੀ ਹਾਈਟ ਦੇ ਉੱਪਰ ਜਾ ਕੇ 1 ਡਿਗਰੀ ਸੈਲਸੀਅਸ ਟੈਂਪਰੇਚਰ ਜਿਹੜਾ ਹੈ ਉਹ ਘਟ ਜਾਂਦਾ ਹੈ। ਓਕੇ, ਧਿਆਨ ਰੱਖਣਾ, ਜੇ ਤਾਂ ਅਸੀਂ ਉੱਪਰ ਨੂੰ ਜਾਂਦੇ ਹਾਂ ਤਾਂ 165 ਮੀਟਰ ਦੇ ਉੱਪਰ 1 ਡਿਗਰੀ ਸੈਲਸੀਅਸ ਟੈਂਪਰੇਚਰ ਜਿਹੜਾ ਹੈ ਉਹ ਮਾਈਨਸ ਹੋਊਗਾ। ਜੇ ਅਸੀਂ ਧਰਤੀ ਦੇ ਨੀਚੇ ਵੱਲ ਨੂੰ ਜਾਵਾਂਗੇ, ਠੀਕ ਹੈ, ਤਾਂ ਇਹਦੇ ਵਿੱਚ ਉਲਟ ਹੋ ਜਾਂਦਾ ਹੈ, 32 ਮੀਟਰ ਦੀ ਡੂੰਘਾਈ 'ਤੇ ਜਾ ਕੇ 1 ਡਿਗਰੀ ਸੈਲਸੀਅਸ ਟੈਂਪਰੇਚਰ ਜਿਹੜਾ ਹੈ ਉਹ ਇਨਕਰੀਜ਼ ਹੋ ਜਾਂਦਾ ਹੈ। ਇਹ ਵੀ ਯਾਦ ਰੱਖ ਲਿਓ। ਓਕੇ, ਪਿੱਛੇ ਮੈਂ ਤੁਹਾਨੂੰ ਨਹੀਂ ਐਕਸਪਲੇਨ ਕਰ ਪਾਇਆ। ਤਾਂ ਹੁਣ ਇਹ ਜਿਹੜਾ ਅੰਮ੍ਰਿਤਸਰ ਹੈ ਉਹ ਨਿਚਲੇ ਸਥਾਨ 'ਤੇ ਹੈ, ਬਟ ਸ਼ਿਮਲਾ ਜਿਹੜਾ ਹੈ ਉਹ ਪਹਾੜੀ ਖੇਤਰ ਦੇ ਵਿੱਚ ਹੈ, ਫਿਰ ਇਸ ਤਰੀਕੇ ਨਾਲ ਉਹ ਹਾਈਟ ਦੇ ਉੱਪਰ ਜ਼ਿਆਦਾ ਹੈ, ਤਾਂ ਇਸ ਕਰਕੇ ਉੱਥੋਂ ਦਾ ਟੈਂਪਰੇਚਰ ਜਿਹੜਾ ਹੈ ਉਹ ਠੰਡਾ ਹੋਊਗਾ, ਕਿਉਂਕਿ ਉੱਥੇ ਟੈਂਪਰੇਚਰ ਘਟ ਜਾਂਦਾ ਹੈ ਹਾਈਟ ਦੇ ਨਾਲ। ਰੇਗਿਸਤਾਨ ਕਿੰਨੀ ਪ੍ਰਕਾਰ ਦੇ ਹੁੰਦੇ ਆ ਜੀ? 2 ਤਰ੍ਹਾਂ ਦੇ ਹੁੰਦੇ ਆ, ਇੱਕ ਠੰਡਾ ਰੇਗਿਸਤਾਨ ਹੁੰਦਾ ਹੈ ਤੇ ਇੱਕ ਗਰਮ ਰੇਗਿਸਤਾਨ ਹੁੰਦਾ ਹੈ, ਠੀਕ ਹੈ। ਨੈਕਸਟ ਹੈ ਜੀ ਸੰਸਾਰ ਦਾ ਸਭ ਤੋਂ ਗਰਮ ਰੇਗਿਸਤਾਨ ਕਿਹੜਾ ਹੈ ਜੀ? ਤਾਂ ਸੰਸਾਰ ਦਾ ਸਭ ਤੋਂ ਗਰਮ ਰੇਗਿਸਤਾਨ ਹੈ ਜੀ ਸਹਾਰਾ ਰੇਗਿਸਤਾਨ, ਠੀਕ ਹੈ। ਕਿੱਥੇ ਹੈ ਜੀ? ਇਹ ਅਫਰੀਕਾ ਦੇ ਵਿੱਚ ਹੈ, ਤੇ ਸੰਸਾਰ ਦਾ ਸਭ ਤੋਂ ਵੱਡਾ ਮਾਰੂਥਲ ਹੈ। ਭਾਰਤ ਦੇ ਵਿੱਚ ਥਾਰ ਮਾਰੂਥਲ ਹੈ, ਜਿਹੜਾ ਕਿ ਰਾਜਸਥਾਨ ਦੇ ਵਿੱਚ ਪੈਂਦਾ ਹੈ। ਓਕੇ, ਥਾਰ ਮਾਰੂਥਲ। ਨੈਕਸਟ ਹੈ ਜੀ ਸੰਸਾਰ ਦਾ ਉੱਚਤਮ ਤਾਪਮਾਨ 58 ਡਿਗਰੀ ਸੈਲਸੀਅਸ ਸਹਾਰਾ ਰੇਗਿਸਤਾਨ ਦੇ ਕਿਹੜੇ ਸਥਾਨ ਦੇ ਉੱਤੇ ਮਾਪਿਆ ਗਿਆ ਸੀ? ਸਭ ਤੋਂ ਵੱਧ ਤਾਪਮਾਨ ਜਿਹੜਾ ਅਫਰੀਕਾ ਦੇ ਵਿੱਚ ਹੀ ਹੁੰਦਾ ਹੈ, ਤੇ ਸਹਾਰਾ ਮਾਰੂਥਲ ਖੇਤਰ ਦੇ ਵਿੱਚ ਹੀ ਹੁੰਦਾ ਹੈਗਾ ਗਾ।
ਓਕੇ, 58 ਡਿਗਰੀ ਸਭ ਤੋਂ ਵੱਧ ਜਿਹੜਾ ਨੋਟ ਕੀਤਾ ਗਿਆ ਹੈ ਇਹ ਅਜੀਜ਼ੀਆ ਨਾਮ ਦੇ ਸਥਾਨ ਦੇ ਉੱਪਰ ਨੋਟ ਕੀਤਾ ਗਿਆ ਸੀ, ਜੋ ਕਿ ਅਫਰੀਕਾ ਦੇ ਵਿੱਚ ਹੀ ਇੱਕ ਸਥਾਨ ਹੈਗਾ ਗਾ। ਠੀਕ ਹੈ, ਸਹਾਰਾ ਰੇਗਿਸਤਾਨ ਦੇ ਵਿੱਚ ਇਹ ਕੇਂਦਰ ਸਥਿਤ ਹੈ। ਨੈਕਸਟ ਹੈ ਜੀ, ਓਕੇ, ਸੋ ਅੱਜ ਦੇ ਸੈਸ਼ਨ ਦੇ ਵਿੱਚ ਇੰਨੇ ਹੀ। ਸੋ ਉਮੀਦ ਕਰਦਾ ਕਿ ਸਾਰਿਆਂ ਦੇ ਲਈ ਹੈਲਪਫੁਲ ਰਹੇ ਹੋਣਗੇ, ਸਭ ਨੂੰ ਕਾਫੀ ਕੁਝ ਜਿਹੜਾ ਸਿੱਖਣ ਨੂੰ ਮਿਲਿਆ ਹੋ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮਚ।